ਬਾਜ਼ੀਗਰ ਕਬੀਲੇ ਦੀ ਭਾਸ਼ਾ ਤੇ ਉਸਦੀਆਂ ਧਾਰਮਿਕ ਜਿਹੜੀਆਂ ਕਿਰਿਆਵਾਂ ਨੇ, ਆਸਥਾਵਾਂ ਨੇ, ਉਹਨਾਂ ਬਾਰੇ ਗੱਲ ਕਰਨੀ ਹੈ। ਕੁਝ ਇੱਕ ਇਸ਼ਾਰੇ ਆਪਾਂ ਪਹਿਲਾਂ ਕਰ ਚੁੱਕੇ ਹਾਂ, ਜਿਸ ਵਿੱਚ ਅਸੀਂ ਭਾਸ਼ਾ ਬਾਰੇ ਕੁਝ ਗੱਲ ਕੀਤੀ ਸੀ ਕਿ ਬਾਜ਼ੀਗਰ ਜਿਹੜੀ ਕਬੀਲੇ ਦੀ ਭਾਸ਼ਾ ਹੈਗੀ ਆ, ਉਹ ਆਪਣੇ ਆਲੇ ਦੁਆਲੇ ਦੇ ਜਿਹੜੇ ਹੋਰ ਲੋਕ ਨੇ, ਜਿਹੜੇ ਜਿਹਨੂੰ ਅਸੀਂ ਮੁੱਖ ਧਾਰਾ ਦੇ ਸੱਭਿਆਚਾਰ ਦੇ ਲੋਕ ਕਹਿੰਦੇ ਆ, ਉਹਨਾਂ ਤੋਂ ਵੱਖਰੀ ਹੁੰਦੀ ਹੈ। ਭਾਵੇਂ ਕਿ ਉਹ ਰਹਿ ਨਾਲ ਹੀ ਰਹੇ ਹੁੰਦੇ ਨੇ, ਭਾਵ ਵੱਖਰੇ ਤੌਰ ਤੇ ਇੱਕ ਵੱਖਰੇ ਡੇਰੇ ਦੇ ਰੂਪ ਦੇ ਵਿੱਚ ਰਹਿ ਰਹੇ ਹੁੰਦੇ ਨੇ, ਪਰੰਤੂ ਉਹਨਾਂ ਦੀ ਭਾਸ਼ਾ ਆਪਣੇ ਆਲੇ ਦੁਆਲੇ ਬੋਲੀ ਜਾ ਰਹੀ ਭਾਸ਼ਾ ਨਾਲੋਂ ਵੱਖਰੀ ਹੁੰਦੀ ਹੈ। ਹੁਣ ਡਾਕਟਰ ਮੋਹਨ ਤਿਆਗੀ ਨੇ ਇੱਕ ਦਸਤਾਵੇਜ਼ ਇਸ ਕਿਤਾਬ ਦੇ ਵਿੱਚ ਪੇਸ਼ ਕੀਤਾ, ਜਿਹਦੇ ਵਿੱਚ ਭਾਰਤੀ ਸਾਹਿਤ ਅਕੈਡਮੀ ਨੇ ਉਹਨਾਂ ਦੀ ਭਾਸ਼ਾ ਨੂੰ ਇੱਕ ਸੁਤੰਤਰ ਰੁਤਬਾ ਦੇਣ ਦਾ ਪ੍ਰਸਤਾਵ ਰੱਖਿਆ ਤੇ ਉਸ ਦੇ ਵਿੱਚ ਬਾਜ਼ੀਗਰ ਕਬੀਲੇ ਦੀ ਭਾਸ਼ਾ ਦਾ ਨਾਮ ਗੌਰ ਭਾਸ਼ਾ ਤੇ ਉਸਦੀ ਲਿਪੀ ਜਿਹੜੀ ਹੈਗੀ ਆ, ਉਹ ਨਾਗਰੀ ਲਿਪੀ ਹੋਊਗੀ। ਇਸ ਤਰ੍ਹਾਂ ਦਾ ਪ੍ਰਸਤਾਵ ਇੱਕ ਕਾਨਫਰੰਸ ਦੇ ਵਿੱਚ ਪਾਸ ਕੀਤਾ ਗਿਆ, ਜਿਹੜੀ ਕਾਨਫਰੰਸ ਦੇ ਵਿੱਚ ਮੋਹਨ ਤਿਆਗੀ ਹੋਣੀ ਖੁਦ ਵੀ ਸ਼ਾਮਿਲ ਸੀ। ਇਹ ਕਾਨਫਰੰਸ 3-4 ਮਾਰਚ 2012 ਨੂੰ ਹੋਈ ਸੀਗੀ, ਬੈਂਗਲੌਰ ਵਿਖੇ ਨੈਸ਼ਨਲ ਲਾ ਸਕੂਲ ਆਫ ਇੰਡੀਆ ਯੂਨੀਵਰਸਿਟੀ, ਇੱਥੇ ਇਹ ਕਾਨਫਰੰਸ ਹੋਈ ਸੀ, ਜਿੱਥੇ ਕਿ ਭਾਰਤੀ ਸਾਹਿਤ ਅਕੈਡਮੀ ਵੱਲੋਂ ਸੈਂਟਰ ਫਾਰ ਸਟੱਡੀ ਆਫ ਸੋਸ਼ਲ ਐਂਡ ਐਕਸਕਲੂਜਨ ਐਂਡ ਇਨਕਲੂਸਿਵ ਪੋਲਿਸੀ, ਇਸ ਦੇ ਨਾਲ ਮਿਲ ਕੇ ਕੀਤੀ ਗਈ ਕਾਨਫਰੰਸ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਸੀਗਾ ਕਿ ਇਹਨਾਂ ਦੀ ਭਾਸ਼ਾ ਨੂੰ 8th ਸ਼ਡਿਊਲ ਦੇ ਵਿੱਚ ਸ਼ਾਮਲ ਕਰਨ ਲਈ ਚਾਰਾਜੋਈ ਕੀਤੀ ਜਾਵੇ। ਤਾਂ ਭਾਸ਼ਾ ਦਾ ਨਾਮ ਜਿਹੜਾ ਹੈਗਾ ਉਹ ਬੰਜਾਰਾ ਭਾਸ਼ਾ, ਗੌਰ ਭਾਸ਼ਾ ਨਹੀਂ, ਮੈਂ ਗਲਤ ਬੋਲ ਗਿਆ, ਬੰਜਾਰਾ ਭਾਸ਼ਾ ਇਸ ਨੂੰ ਕਿਹਾ ਜਾਊਗਾ। ਤੇ ਜ਼ਾਹਿਰ ਹੈ ਕਿ ਜਿਹੜੀ ਬੰਜਾਰਾ ਭਾਸ਼ਾ ਹੈਗੀ ਆ, ਉਹ ਇਕੱਲੇ ਪੰਜਾਬ ਦੇ ਲੋਕਾਂ ਦੀ ਭਾਸ਼ਾ ਨਹੀਂ ਹੈਗੀ, ਜਿਨ੍ਹਾਂ ਦੇ ਬਾਰੇ ਅਸੀਂ ਮੁੱਖ ਤੌਰ ਤੇ ਗੱਲ ਕਰ ਰਹੇ ਹਾਂ। ਇਹ ਸਾਰੇ ਭਾਰਤ ਵਿੱਚ ਰਹਿਣ ਵਾਲੇ ਜਿਹੜੇ ਬਾਜ਼ੀਗਰ ਕਬੀਲੇ ਜਾਂ ਗੌਰ ਕਬੀਲੇ ਨਾਲ ਜਿਹੜੇ ਸੰਬੰਧਿਤ ਲੋਕ ਨੇ, ਉਹਨਾਂ ਦੀ ਭਾਸ਼ਾ ਹੈ। ਤੇ ਜਿਹੜਾ ਦਾ ਭਾਸ਼ਾਈ ਵਿਹਾਰ ਹੈ, ਕਬੀਲੇ ਦਾ ਭਾਸ਼ਾਈ ਵਿਹਾਰ ਸਾਡੇ ਭਾਸ਼ਾਈ ਵਿਹਾਰ ਨਾਲੋਂ ਕੁਝ ਵੱਖਰਾ ਹੈ। ਤੇ ਉਹਨਾਂ ਦੀ ਜਿਹੜੀ ਭਾਸ਼ਾ ਦੇ ਵਿੱਚ 3 ਪੱਧਰਾਂ ਮਿਲਦੀਆਂ ਨੇ, ਜਿਸ ਨੂੰ ਡਾਕਟਰ ਮੋਹਨ ਤਿਆਗੀ ਨੇ ਆਪਣੀ ਕਿਤਾਬ ਦੇ ਵਿੱਚ ਕਬੀਲੇ ਦੀ ਬੋਲਚਾਲ ਦੀ ਭਾਸ਼ਾ ਕਿਹਾ 1 ਨੰਬਰ ਤੇ, 2 ਨੰਬਰ ਤੇ ਕਬੀਲੇ ਦੀ ਗੁਪਤ ਭਾਸ਼ਾ ਤੇ ਕਬੀਲੇ ਦੀ ਜਨ ਸੰਪਰਕ ਦੀ ਭਾਸ਼ਾ। ਆਪਾਂ ਇਸ ਤਰਤੀਬ ਨੂੰ ਥੋੜਾ ਜਿਹਾ ਵੱਖਰਾ ਕਰ ਲੈਂਦੇ ਹਾਂ। ਅਸੀਂ ਤੀਜੇ ਨੰਬਰ ਤੋਂ ਗੱਲ ਸ਼ੁਰੂ ਕਰਦੇ ਹਾਂ। ਕਬੀਲੇ ਦੀ ਜਿਹੜੀ ਜਨ ਸੰਪਰਕ ਦੀ ਭਾਸ਼ਾ, ਜਿਸ ਭਾਸ਼ਾ ਦੇ ਜ਼ਰੀਏ ਕਬੀਲੇ ਦੇ ਲੋਕ ਸਾਡੇ ਨਾਲ ਜਾਂ ਆਮ ਲੋਕਾਂ ਨਾਲ ਤੇ ਆਲੇ ਦੁਆਲੇ ਦੇ ਲੋਕਾਂ ਦੇ ਨਾਲ ਮਿਲਦੇ ਜੁਲਦੇ ਤੇ ਸੰਪਰਕ ਕਰਦੇ ਨੇ। ਜ਼ਾਹਿਰ ਹੈ ਕਿ ਜਿਸ ਆਲੇ ਦੁਆਲੇ ਦੇ ਵਿੱਚ ਉਹ ਰਹਿ ਰਹੇ ਹੁੰਦੇ ਨੇ, ਉੱਥੋਂ ਦੀ ਜਿਹੜੀ ਸਥਾਨਕ ਭਾਸ਼ਾ ਹੈਗੀ ਆ, ਉਸ ਨੂੰ ਸਿੱਖਣਾ ਇਸ ਲਈ ਉਹਨਾਂ ਲਈ ਲਾਜ਼ਮੀ ਹੁੰਦਾ ਹੋਊਗਾ ਕਿ ਉਹਨਾਂ ਦੇ ਨਾਲ ਹੀ ਉਹਨਾਂ ਨੇ ਆਦਾਨ ਪ੍ਰਦਾਨ ਤੇ ਜਿਹੜੀ ਵੇਚ ਵੱਟ ਦਾ ਸਿਸਟਮ ਹੈ, ਜੋ ਚੀਜ਼ਾਂ ਬਣਾਉਣੀਆਂ ਨੇ ਆਪਣੇ ਵਿੱਚ, ਵਪਾਰ ਦਾ ਜਿਹੜਾ ਕੰਮ ਹੈ, ਜੇ ਪਸ਼ੂਆਂ ਨਾਲ ਸੰਬੰਧਿਤ ਵਪਾਰ ਹੈ ਤਾਂ ਵੀ, ਜੇ ਉਹ ਬਾਜ਼ੀ ਦੀ ਕਲਾ ਨਾਲ ਸੰਬੰਧਿਤ ਜਿਹੜੀਆਂ ਉਹਨਾਂ ਦੀਆਂ ਕਿਰਿਆਵਾਂ ਨੇ, ਉਹ ਵੀ ਜਿੱਥੇ ਵੀ ਉਹਨੇ ਦਿਖਾਉਣੀਆਂ ਨੇ, ਉੱਥੇ ਉਹ ਉੱਥੋਂ ਦੀ ਸਥਾਨਕ ਭਾਸ਼ਾ ਦੀ ਵਰਤੋਂ ਕਰਨਗੇ। ਉਹ ਜੇ ਪੰਜਾਬ ਦੇ ਵਿੱਚ ਰਹਿੰਦੇ ਨੇ ਤਾਂ ਜ਼ਾਹਿਰ ਹੈ ਕਿ ਉਹਨਾਂ ਦੀ ਜਿਹੜੀ ਭਾਸ਼ਾ ਹੈਗੀ ਆ ਉਹ ਪੰਜਾਬੀ ਹੋਊਗੀ। ਤੇ ਜਿਸ ਵੀ ਥਾਂ ਦੇ ਉੱਪਰ ਉਹ ਰਹਿ ਰਹੇ ਹੋਣਗੇ, ਜਿਸ ਵੀ ਭਾਰਤ ਦੇ ਖਿੱਤੇ ਵਿੱਚ ਰਹਿ ਰਹੇ ਹੋਣਗੇ, ਜਨ ਸੰਪਰਕ ਲਈ ਉਹ ਉੱਥੋਂ ਦੀ ਸਥਾਨਕ ਭਾਸ਼ਾ ਦੀ ਵਰਤੋਂ ਕਰਨਗੇ। ਇਸ ਤੋਂ ਅਗਲੀ ਜਿਹੜੀ ਇਸੇ ਗੱਲ ਦੇ ਨਾਲ ਚੀਜ਼ ਜੁੜ ਜਾਂਦੀ ਹੈ ਜਨ ਸੰਪਰਕ ਦੇ ਵਿੱਚ ਹੀ, ਕਿਉਂਕਿ ਬਾਜ਼ੀਗਰ ਕਬੀਲੇ ਨਾਲ ਸੰਬੰਧਿਤ ਜਿਹੜੇ ਬੱਚੇ ਨੇ, ਹੁਣ ਸਕੂਲਾਂ ਕਾਲਜਾਂ ਦੇ ਵਿੱਚ ਵੀ ਪੜ੍ਹ ਰਹੇ ਨੇ, ਤੇ ਉਹਨਾਂ ਦੇ ਵਿੱਚ ਪੜ੍ਹਨ ਦੇ ਕਾਰਨ ਉਹ ਜਿਹੜੀ ਸਥਾਨਕ ਭਾਸ਼ਾ ਹੈਗੀ ਆ, ਉਸ ਨੂੰ ਹੋਰ ਜ਼ਿਆਦਾ ਗਹਿਰੇ ਤਰੀਕੇ ਨਾਲ ਸਿੱਖ ਰਹੇ ਨੇ। ਗਹਿਰੇ ਤਰੀਕੇ ਨਾਲ ਸਿੱਖਣ ਦਾ ਮਤਲਬ ਹੈ ਉਸ ਦੀ ਲਿਪੀ ਵੀ ਸਿੱਖ ਰਹੇ ਨੇ।
ਜਦ ਕਿ ਆਪਣੀ ਉਹਨਾਂ ਦੀ ਜਿਹੜੀ ਭਾਸ਼ਾ ਹੈਗੀ ਆ ਬੰਜਾਰਾ ਭਾਸ਼ਾ, ਜਾਂ ਜਿਹੜੀ ਆਪਣੀ ਜਿਹੜੀ ਜਿਹਨੂੰ ਅਸੀਂ ਗੌਰ ਭਾਸ਼ਾ ਜਾਂ ਬੰਜਾਰਾ ਭਾਸ਼ਾ ਕਹਿ ਰਹੇ ਹਾਂ, ਇਸ ਭਾਸ਼ਾ ਦੀ ਆਪਣੀ ਕੋਈ ਲਿਪੀ ਹਾਲੇ ਤੱਕ ਪੂਰੀ ਤਰ੍ਹਾਂ ਨਾਲ ਪ੍ਰਚਲਿਤ ਨਹੀਂ ਹੈਗੀ। ਉਸ ਕਾਨਫਰੰਸ ਤੋਂ ਬਾਅਦ ਵਤੀਰੇ ਦੇ ਵਿੱਚ ਕੀ ਉਹਨਾਂ ਨੇ ਆਪਣੀ ਭਾਸ਼ਾ ਨੂੰ ਲਿਖਣਾ ਸ਼ੁਰੂ ਕੀਤਾ ਤੇ ਆਪਣੀ ਭਾਸ਼ਾ ਦੀਆਂ ਲਿਖਤਾਂ ਨੂੰ ਨਾਗਰੀ ਲਿਪੀ ਦੇ ਵਿੱਚ ਸੰਭਾਲਣਾ ਸ਼ੁਰੂ ਕੀਤਾ। ਇਸ ਦੇ ਜਿਹੜੇ ਪ੍ਰਮਾਣ ਤੇ ਸੰਕੇਤ ਸਾਡੇ ਕੋਲ ਹਾਲ ਦੀ ਘੜੀ ਨਹੀਂ ਹਨ ਕਿ ਕੀ ਉਹ ਇਸ ਭਾਸ਼ਾ ਨੂੰ ਹੁਣ ਆਪਣੀ ਨਾਗਰੀ ਜਾਂ ਦੇਵਨਾਗਰੀ ਲਿਪੀ ਦੇ ਵਿੱਚ ਲਿਖ ਰਹੇ ਨੇ ਕਿ ਅਸਲ 'ਚ ਨਾਗਰੀ ਲਿਪੀ ਆ। ਦੀਪਕ ਨੇ ਇਹ ਸਵਾਲ ਵੀ ਪੁੱਛਿਆ ਕਿ ਦੇਵਨਾਗਰੀ ਤੇ ਨਾਗਰੀ ਦਾ ਕੀ ਆਪਸ ਦੇ ਵਿੱਚ ਸੰਬੰਧ ਬਣਦਾ। ਜਦੋਂ ਅਸੀਂ ਆਪਣੀ ਲਿਪੀ ਦਾ ਦੈਵੀਕਰਨ ਕਰਦੇ ਹਾਂ ਤਾਂ ਉਹ ਦੇਵਨਾਗਰੀ ਹੋ ਜਾਂਦੀ ਹੈ। ਨਾਗਰੀ ਲਿਪੀ ਮੁੱਖ ਤੌਰ ਤੇ ਜਿਹੜੀਆਂ ਭਾਰਤ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਲਿਪੀਆਂ ਨੇ, ਜਿਹਦੇ ਵਿੱਚ ਗੁਜਰਾਤੀ ਵੀ ਆਉਂਦੀ ਹੈ, ਜਿਹਦੇ ਵਿੱਚ ਮਰਾਠੀ ਵੀ ਆਉਂਦੀ ਹੈ, ਜਿਹਦੇ ਵਿੱਚ ਬੰਗਾਲੀ ਵੀ ਆਉਂਦੀ ਹੈ ਨਾ। ਜੇ ਬੰਗਾਲੀ ਦੀ ਭਾਸ਼ਾ ਦੇ ਵਾਸਤੇ ਜੋ ਲਿਪੀਆਂ ਰਚੀਆਂ ਜਾਂਦੀਆਂ ਨੇ, ਲਿਖੀਆਂ ਜਾਂਦੀਆਂ, ਉਹਨਾਂ ਨੂੰ ਅਸੀਂ ਨਾਗਰੀ ਲਿਪੀ ਦਾ ਨਾਮ ਦਿੰਦੇ ਹਾਂ। ਹਿੰਦੀ ਦੇ ਵਾਸਤੇ ਅਸੀਂ ਜਿਹੜੀ ਹਿੰਦੀ ਦੇ ਵਾਸਤੇ ਵਰਤੀ ਜਾਣ ਵਾਲੀ ਲਿਪੀ ਹੈਗੀ ਉਸ ਨੂੰ ਅਸੀਂ ਦੇਵਨਾਗਰੀ ਕਹਿ ਦਿੰਦੇ ਹਾਂ। ਹਿੰਦੀ ਤੇ ਸੰਸਕ੍ਰਿਤ ਦੇ ਵਾਸਤੇ ਜਿਹੜੀ ਲਿਪੀ ਵਰਤੀ ਜਾਂਦੀ ਹੈ ਉਸ ਨੂੰ ਅਸੀਂ ਦੇਵਨਾਗਰੀ ਕਹਿ ਦਿੰਦੇ ਹਾਂ। ਤੇ ਜਿਹੜੀਆਂ ਇਹ ਸਾਡੀਆਂ ਹੋਰ ਉੱਤਰ ਭਾਰਤੀ ਜਾਂ ਭਾਰਤੀ ਆਰੀਆ ਭਾਸ਼ਾਵਾਂ ਨੇ ਭਾਰਤ ਵਿੱਚ ਬੋਲਣ ਵਾਲੀਆਂ, ਉਹਨਾਂ ਨੂੰ ਅਸੀਂ ਉਹਨਾਂ ਦੀ ਲਿਪੀ ਨੂੰ ਨਾਗਰੀ ਕਹਿ ਦਿੰਦੇ ਹਾਂ। ਉਹ ਦੇਵਨਾਗਰੀ ਜਾਂ ਨਾਗਰੀ ਦੇ ਹੀ ਵੱਖਰੇ ਵੱਖਰੇ ਵਰਸ਼ਨ ਨੇ। ਤੇ ਜਿਹੜੀ ਸਾਡੀ ਆਪਣੀ ਗੁਰਮੁਖੀ ਲਿਪੀ ਆ ਉਸ ਦੀ ਵੀ ਬਹੁਤ ਨੇੜਤਾ ਜਿਹੜੀ ਹੈਗੀ ਆ ਉਹ ਨਾਗਰੀ ਲਿਪੀ ਦੇ ਨਾਲ ਬਣ ਜਾਂਦੀ ਹੈ, ਕਿਉਂਕਿ ਉਹਨਾਂ ਅੱਖਰਾਂ ਨੂੰ ਹੀ ਪੰਜਾਬੀ ਭਾਸ਼ਾ ਦੀ ਧੁਨੀ ਵਿਉਂਤ ਦੇ ਮੁਤਾਬਕ ਢਾਲ ਕੇ ਗੁਰਮੁਖੀ ਲਿਪੀ ਦੀ ਸਿਰਜਣਾ ਹੋਈ ਹੈ। ਤਾਂ ਜਿਹੜੀ ਨਾਗਰੀ ਲਿਪੀ ਆ ਉਸ ਨੂੰ ਅਪਣਾਉਣ ਦਾ ਮਸ਼ਵਰਾ ਜਿਹੜਾ ਦਿੱਤਾ ਗਿਆ ਜਾਂ ਫੈਸਲਾ ਕੀਤਾ ਗਿਆ, ਕਿਉਂਕਿ ਜਦੋਂ 8th ਸ਼ਡਿਊਲ ਦੇ ਵਿੱਚ ਕੋਈ ਭਾਸ਼ਾ ਦਰਜ ਕਰਨੀ ਹੁੰਦੀ ਹੈ ਤਾਂ ਉਸ ਦੀ ਜਿਹੜੀ ਲਿਪੀ ਆ ਉਹ ਵੀ ਤੈਅ ਹੁੰਦੀ ਹੈ ਕਿ ਕਿਸ ਲਿਪੀ ਦੇ ਵਿੱਚ ਇਹ ਭਾਸ਼ਾ ਜਿਹੜੀ ਹੈਗੀ ਆ ਉਸ ਦੀ ਵਰਤੋਂ ਕੀਤੀ ਜਾਊਗੀ। ਤਾਂ ਜਿਹੜੀ ਬਾਜ਼ੀਗਰਾਂ ਦੀ ਬੰਜਾਰਾ ਭਾਸ਼ਾ ਹੈ ਉਸ ਦੀ ਲਿਪੀ ਦਾ ਪ੍ਰਸਤਾਵ ਨਾਗਰੀ ਲਿਪੀ ਦਾ ਪ੍ਰਸਤਾਵ ਹੈ। ਪਰ ਆਪਾਂ ਗੱਲ ਕਰ ਰਹੇ ਸੀਗੇ ਕਿ ਜਦੋਂ ਉਹ ਸਥਾਨਕ ਕਿਸੇ ਬੋਲੀ ਦੇ ਨਾਲ ਸੰਪਰਕ ਦੇ ਵਿੱਚ ਆਉਂਦੇ ਨੇ, ਵਿਸ਼ੇਸ਼ ਕਰਕੇ ਜਦੋਂ ਵਿੱਦਿਆ ਦੇ ਖੇਤਰ ਦੇ ਵਿੱਚ ਪੜ੍ਹਨਾ ਸ਼ੁਰੂ ਕਰ ਦਿੰਦੇ ਨੇ, ਤਾਂ ਉਸ ਸਮੇਂ ਜ਼ਾਹਿਰ ਹੈ ਕਿ ਇੱਕ ਲਿਪੀ ਜਿਹੜੀ ਹੈਗੀ ਆ ਸਥਾਨਕ ਰੂਪ ਦੇ ਵਿੱਚ ਪ੍ਰਚਲਿਤ, ਉਹ ਵੀ ਉਹ ਗ੍ਰਹਿਣ ਕਰਦੇ ਹੋਣਗੇ ਇਸ ਕਬੀਲੇ ਦੇ ਬੱਚੇ। ਤਾਂ ਇਸ ਦਾ ਅਸਰ ਉਹਨਾਂ ਦੇ ਭਾਸ਼ਾਈ ਵਤੀਰੇ ਦੇ ਉੱਪਰ ਕਾਫੀ ਹੱਦ ਤੱਕ ਪੈਂਦਾ ਹੋਊਗਾ। ਤਾਂ ਜਦੋਂ ਕੋਈ ਭਾਸ਼ਾ ਮਹਿਜ ਪਰਿਵਾਰਕ ਬੋਲਚਾਲ ਦੀ ਭਾਸ਼ਾ ਹੁੰਦੀ ਹੈ ਤਾਂ ਉਹ ਭਾਸ਼ਾ ਖਤਰੇ ਦੇ ਵਿੱਚ ਹੁੰਦੀ ਹੈ। ਇਹ ਠੀਕ ਹੈ, ਜੇ ਕੋਈ ਭਾਸ਼ਾ ਪਰਿਵਾਰਕ ਬੋਲਚਾਲ ਦੀ ਭਾਸ਼ਾ ਨਾ ਰਹੇ, ਖਤਰੇ ਦੇ ਵਿੱਚ ਉਹ ਵੀ ਹੁੰਦੀ ਹੈ। ਉਸ ਦੇ ਵਾਸਤੇ ਵੀ ਨਵੇਂ ਤਰ੍ਹਾਂ ਦੇ ਖਤਰੇ ਖੜੇ ਹੋ ਜਾਂਦੇ। ਜਿਵੇਂ ਪੰਜਾਬੀ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਸ਼ਹਿਰਾਂ ਦੇ ਵਿੱਚ ਜਦੋਂ ਮਾਪੇ ਆਪਣੇ ਬੱਚਿਆਂ ਦੇ ਨਾਲ ਹਿੰਦੀ ਦੇ ਵਿੱਚ ਗੱਲ ਕਰਦੇ ਨੇ, ਜਾਂ ਕੁਝ ਹੋਰ ਜਿਹੜੇ ਐਲੀਟ ਵਰਗ ਦੇ ਲੋਕ ਨੇ ਉਹ ਆਪਣੇ ਬੱਚਿਆਂ ਨਾਲ ਅੰਗਰੇਜ਼ੀ ਦੇ ਵਿੱਚ ਗੱਲ ਕਰਕੇ ਉਹਨਾਂ ਨੂੰ ਅੰਗਰੇਜ਼ੀ ਸਿਖਾਉਣ ਦੀ ਮੁਸ਼ੱਕਤ ਕਰਦੇ ਨੇ, ਤਾਂ ਉਹਨਾਂ ਦੇ ਘਰਾਂ ਦੇ ਵਿੱਚੋਂ ਪੰਜਾਬੀ ਖਤਮ ਹੋ ਰਹੀ ਹੁੰਦੀ ਹੈ। ਤਾਂ ਇਹ ਵੀ ਆਪਣੇ ਆਪ ਦੇ ਵਿੱਚ ਖਤਰੇ ਦੀ ਚੀਜ਼ ਹੁੰਦੀ ਹੈ। ਭਾਸ਼ਾ ਦਾ ਸਮੁੱਚਾ ਜਿਹੜਾ ਵਿਕਾਸ ਹੈ ਉਹ ਦੋਵਾਂ ਪੱਧਰਾਂ ਦੇ ਉੱਪਰ ਹੋਣਾ ਜ਼ਰੂਰੀ ਹੈ। ਪਹਿਲਾ ਜਿਹੜਾ ਕਹੀਏ ਕਿ ਪਰਿਵਾਰਕ ਪੱਧਰ ਹੈ, ਕਮਿਊਨਿਟੀ ਦਾ ਪੱਧਰ ਹੈ, ਤੇ ਦੂਸਰਾ ਜਨਤਕ ਪੱਧਰ ਹੈ ਨਾ। ਜਨਤਕ ਪੱਧਰ ਦੇ ਵਿੱਚ ਵਿੱਦਿਆ, ਵਪਾਰ, ਜਿਹੜਾ ਪ੍ਰਬੰਧ, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਕਿ ਉਹਨਾਂ ਸਾਰੇ ਪੱਧਰਾਂ ਦੇ ਉੱਪਰ ਜਿਹੜੀ ਭਾਸ਼ਾ ਹੈਗੀ ਆ ਉਸ ਦੀ ਵਰਤੋਂ ਕੀਤੀ ਜਾਵੇ। ਤਾਂ ਮੈਂ ਜਦੋਂ ਕਿਹਾ ਸੀ ਸ਼ੁਰੂ ਦੇ ਵਿੱਚ ਕਿ ਉਹਨਾਂ ਦਾ ਭਾਸ਼ਾਈ ਵਤੀਰਾ ਜਿਹੜਾ ਹੈਗਾ ਇਸ ਪੱਖੋਂ ਵੱਖਰਾ ਹੋ ਜਾਂਦਾ ਕਿ ਆਪਣੇ ਘਰਾਂ ਦੇ ਵਿੱਚ ਉਹ ਹੋਰ ਭਾਸ਼ਾ ਦੀ ਵਰਤੋਂ ਕਰਦੇ ਨੇ, ਜਿਸ ਨੂੰ ਅਸੀਂ ਬੰਜਾਰਾ ਭਾਸ਼ਾ ਕਹਿ ਰਹੇ ਹਾਂ, ਜਿਹੜੀ ਉਹਨਾਂ ਦੀ ਆਪਣੀ ਬੋਲਚਾਲ ਦੀ ਭਾਸ਼ਾ ਹੈਗੀ ਹੈ। ਤੇ ਜਦੋਂ ਉਹ ਜਨ ਸੰਪਰਕ ਦੇ ਵਿੱਚ ਹੁੰਦੇ ਨੇ ਤਾਂ ਉਦੋਂ ਉਹ ਸਥਾਨਕ ਭਾਸ਼ਾ ਦੀ ਵਰਤੋਂ ਕਰਦੇ ਨੇ। ਤਾਂ ਇਹਦਾ ਮਤਲਬ ਉਹਨਾਂ ਦੇ ਵਪਾਰ ਦੀ ਭਾਸ਼ਾ, ਉਹਨਾਂ ਦੇ ਕਾਰੋਬਾਰ ਦੀ ਭਾਸ਼ਾ, ਉਹਨਾਂ ਦੇ ਜਨਤਕ ਪੱਧਰ ਦੇ ਉੱਪਰ ਸੰਪਰਕ ਦੀ ਭਾਸ਼ਾ ਹੋਰ ਹੈ, ਅਤੇ ਜਿਹੜੀ ਪਰਿਵਾਰਕ ਪੱਧਰ ਦੇ ਉੱਪਰ ਬੋਲੀ ਜਾਣ ਵਾਲੀ, ਘਰਾਂ ਦੇ ਵਿੱਚ ਬੋਲੀ ਜਾਣ ਵਾਲੀ, ਕਮਿਊਨਿਟੀ ਦੇ ਅੰਦਰ ਬੋਲੀ ਜਾਣ ਵਾਲੀ ਭਾਸ਼ਾ ਹੋਰ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਜਿਹੜੀ ਸਪਲਿਟ ਹੈਗੀ ਆ, ਇਸ ਨੂੰ ਦੁਭਾਸ਼ਕਤਾ ਵੀ ਕਹਿੰਦੇ ਨੇ। ਇਹ ਸੰਸਾਰ ਦੇ ਵਿੱਚ ਬਹੁਤ ਸਾਰੇ ਹੋਰ ਲੋਕ ਵੀ ਇਸ ਤਰ੍ਹਾਂ ਦੇ ਹੈਗੇ ਨੇ, ਪਰ ਉਹਨਾਂ ਦੇ ਵਿੱਚ ਕਿਸੇ ਇੱਕ ਭਾਸ਼ਾ ਦਾ ਜਿਹੜਾ ਸਮੁੱਚਾ ਵਿਕਾਸ ਹੈ, ਵਿਸ਼ੇਸ਼ ਕਰਕੇ ਜੇ ਤੁਹਾਡੀ ਆਪਣੀ ਜਿਹੜੀ ਭਾਸ਼ਾ ਹੈਗੀ ਆ ਉਸ ਦਾ ਸਮੁੱਚਾ ਵਿਕਾਸ ਇਸ ਸਥਿਤੀ ਦੇ ਵਿੱਚ ਹੋਣ ਦੇ ਵਿੱਚ ਅੜਚਣਾਂ ਆਉਂਦੀਆਂ ਨੇ, ਤੇ ਖਤਰਾ ਹਮੇਸ਼ਾ ਖੜਾ ਰਹਿੰਦਾ ਕਿ ਇਹ ਭਾਸ਼ਾ ਕਿਸੇ ਨਾ ਕਿਸੇ ਕਿਤੇ ਐਕਸਟੈਂਟ ਹੋ ਸਕਦੀ ਹੈ, ਇਹ ਖਤਮ ਹੋ ਸਕਦੀ ਹੈ। ਜਿਵੇਂ ਪਾਕਿਸਤਾਨ ਦੇ ਵਿੱਚ ਵੀ
ਜਦੋਂ ਅਸੀਂ ਪੰਜਾਬੀ ਦੀ ਸਥਿਤੀ ਦੀ ਗੱਲ ਕਰਦੇ ਹਾਂ ਤਾਂ ਪਾਕਿਸਤਾਨ ਦੇ ਵਿੱਚ ਸਥਾਨਕ ਪੱਧਰ ਦੇ ਉੱਪਰ ਪਿੰਡ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਆ, ਪਰ ਵਿੱਦਿਆ ਦੇ ਵਿੱਚ ਜਿਹੜੀ ਪੰਜਾਬੀ ਹੈਗੀ ਆ ਉਹ ਗੈਰ ਹਾਜ਼ਰ ਹੈ। ਪ੍ਰਬੰਧ ਦੇ ਵਿੱਚ ਪੰਜਾਬੀ ਦੀ ਵਰਤੋਂ ਕੀਤੀ ਨਹੀਂ ਜਾ ਸਕਦੀ, ਹੈ ਨਾ। ਵਿੱਦਿਆ ਦੇ ਵਿੱਚ ਜਿਹੜੀ ਪੰਜਾਬੀ ਦੀ ਪੜ੍ਹਾਈ ਜਿਸ ਤਰ੍ਹਾਂ ਨਾਲ ਅਸੀਂ ਪੜ੍ਹਾਈ ਕਰਦੇ ਹਾਂ, ਇਸ ਤਰ੍ਹਾਂ ਦੀ ਪੜ੍ਹਾਈ ਜਿਹੜੀ ਹੈਗੀ ਆ ਪਾਕਿਸਤਾਨ ਦੇ ਵਿੱਚ ਨਹੀਂ ਕੀਤੀ ਜਾਂਦੀ। ਪੰਜਾਬੀ ਉਸ ਤਰ੍ਹਾਂ ਨਾਲ ਲਾਜ਼ਮੀ ਤੌਰ ਤੇ ਨਹੀਂ ਪੜ੍ਹਾਈ ਜਾਂਦੀ। ਇਹ ਆਪਣੀ ਮਾਤ ਭਾਸ਼ਾ ਦੇ ਤੌਰ ਤੇ ਇਸ ਦਾ ਅਧਿਆਪਨ ਨਹੀਂ ਕੀਤਾ ਜਾਂਦਾ। ਅੱਗੇ ਜਾ ਕੇ BA MA ਦੇ ਵਿੱਚ ਪੰਜਾਬੀ ਦੀ ਜਿਹੜੀ ਪੜ੍ਹਾਈ ਆ ਉਹ ਵੀ ਚੋਣਵੇਂ ਵਿਸ਼ੇ ਦੇ ਰੂਪ ਦੇ ਵਿੱਚ ਹੁੰਦੀ ਆ, ਤੁਸੀਂ ਪੜ੍ਹ ਸਕਦੇ ਹੋ, ਪਰ ਉਹਨੂੰ ਜਨਤਕ ਤੌਰ ਤੇ ਸਾਰਿਆਂ ਨੂੰ ਪੜ੍ਹਾਉਣ ਦਾ ਕੋਈ ਪ੍ਰਬੰਧ ਪਾਕਿਸਤਾਨ ਦੇ ਵਿੱਚ ਨਹੀਂ ਹੈ। ਤੇ ਇਸ ਕਰਕੇ ਪਾਕਿਸਤਾਨ ਦੀ ਪੰਜਾਬੀ ਦਾ ਸਰੂਪ ਵੀ ਸਾਡੀ ਪੰਜਾਬੀ ਨਾਲੋਂ ਬਹੁਤ ਜ਼ਿਆਦਾ ਵੱਖਰਾ ਹੈ। ਕਈ ਵਾਰ ਸਾਨੂੰ ਪੰਜਾਬੀ ਬਹੁਤ ਮਿੱਠੀ ਲੱਗਦੀ ਆ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪਾਕਿਸਤਾਨ ਦੀ ਪੰਜਾਬੀ ਬਹੁਤ ਮਿੱਠੀ ਆ, ਉਸ ਦਾ ਅਸਲ ਦੇ ਵਿੱਚ ਕਾਰਨ ਇਹ ਆ ਕਿ ਉਸ ਨੂੰ ਸੰਕਲਪੀ ਬੌਧਿਕ ਵਿਗਿਆਨਕ ਸ਼ਬਦਾਵਲੀ ਤੇ ਪ੍ਰਗਟਾਵਿਆਂ ਦੀ ਜ਼ਰੂਰਤ ਹੀ ਨਹੀਂ ਪਈ। ਉਹ ਚੀਜ਼ਾਂ ਉਹਦੇ ਵਿੱਚੋਂ ਗੈਰ ਹਾਜ਼ਰ ਨੇ, ਤਾਂ ਉਹਨਾਂ ਦੇ ਵਿੱਚ ਸਿਰਫ ਜਿਹੜੀਆਂ ਸਧਾਰਨ ਭਾਵਨਾਵਾਂ ਦਾ ਪ੍ਰਗਟਾਵਾ ਹੀ ਮਹਿਜ ਜਿਹੜਾ ਹੁੰਦਾ ਉਹ ਅਸੀਂ ਦੇਖ ਸਕਦੇ ਹਾਂ। ਇਸ ਕਰਕੇ ਜਿਹੜੀ ਉੱਥੋਂ ਦੀ ਕਵਿਤਾ ਹੈਗੀ ਆ, ਉਸ ਦਾ ਜਿਹੜਾ ਮੁਹਾਵਰਾ ਉਹ ਸਾਡੀ ਕਵਿਤਾ ਦੇ ਮੁਹਾਵਰੇ ਨਾਲੋਂ ਕਾਫੀ ਹੱਦ ਤੱਕ ਵੱਖਰਾ ਹੈ। ਤੇ ਉਸ ਦੇ ਵਿੱਚ ਆਪਣੇ ਤਰ੍ਹਾਂ ਦੀ ਪ੍ਰਗੀਤਕਤਾ ਵੀ ਇਸੇ ਕਰਕੇ ਹੈ ਨਾ, ਕਿ ਪ੍ਰਗੀਤਕ ਜਿਹੜੀ ਕਵਿਤਾ ਹੈਗੀ ਆ ਉਹ ਉਸ ਦਾ ਵੱਧ ਬੋਲ-ਬਾਲ ਹੈ, ਤੇ ਉਹ ਸਾਨੂੰ ਸੁਭਾਵਿਕ ਹੈ ਕਿ ਉਸ ਦੇ ਵਿੱਚ ਇੱਕ ਆਪਣੇ ਤਰ੍ਹਾਂ ਦੀ ਮਿਠਾਸ ਅਨੁਭਵ ਹੁੰਦੀ ਹੈ, ਕਿਉਂਕਿ ਉਸ ਦੇ ਵਿੱਚ ਪੰਜਾਬੀ ਭਾਸ਼ਾ ਦਾ ਅਤੀਤ ਵੀ ਛੁਪਿਆ ਹੋਇਆ। ਬੌਧਿਕ, ਪ੍ਰਬੰਧਕੀ ਤੇ ਹੋਰ ਜਿਹੜੇ ਤਰ੍ਹਾਂ ਦੇ ਕੰਮ ਕਿਸੇ ਭਾਸ਼ਾ ਨੂੰ ਵਿਕਾਸ ਕਰਨ ਦੇ ਰਸਤੇ ਉੱਪਰ ਪੈਂਦੇ ਨੇ, ਉਹਨਾਂ ਕੰਮਾਂ ਤੋਂ ਵੱਖਰੇ ਤੇ ਪਿਛਲੀ ਭਾਸ਼ਾ ਹੋਣ ਕਰਕੇ ਉਸ ਦੇ ਵਿੱਚ ਸਾਨੂੰ ਜਿਹੜੀ ਮਿਠਾਸ ਮਹਿਸੂਸ ਹੁੰਦੀ ਹੈ। ਤਾਂ ਜਿਹੜੀ ਵੀ ਭਾਸ਼ਾ ਇਸ ਤਰ੍ਹਾਂ ਦੇ ਬੌਧਿਕ ਤੇ ਪ੍ਰਸ਼ਾਸਨਿਕ ਕੰਮਾਂ ਤੋਂ ਟੁੱਟੀ ਹੋਈ ਹੋਊਗੀ, ਉਹਦੇ ਵਿੱਚ ਲਾਜ਼ਮੀ ਤੌਰ ਤੇ ਜਿਹੜੀ ਇੱਕ ਪਰੰਪਰਕ ਤੌਰ ਤੇ ਪਰ ਮੁਹਾਵਰਾ ਤੇ ਮਿਠਾਸ ਜਿਹੜੀ ਹੈਗੀ ਆ ਉਹ ਮਹਿਸੂਸ ਹੋ ਸਕਦੀ ਆ। ਇਹੀ ਗੱਲ ਜਿਹੜੀ ਬਾਜ਼ੀਗਰਾਂ ਦੀ ਆਪਣੀ ਭਾਸ਼ਾ, ਉਸ ਬਾਰੇ ਮੋਹਨ ਤਿਆਗੀ ਹੋਰੀ ਕਹਿੰਦੇ ਨੇ ਕਿ ਬਹੁਤ ਹੀ ਮਿੱਠੀ, ਬਹੁਤ ਹੀ ਸਹਿਜ ਭਾਸ਼ਾ ਹੈ। ਤੇ ਸਾਰੀਆਂ ਭਾਸ਼ਾਵਾਂ ਸਹਿਜ ਹੋਣਗੀਆਂ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਨਵੇਂ ਤਕਨਾਲੋਜੀ, ਵਿਗਿਆਨ, ਗਿਆਨ, ਬੌਧਿਕਤਾ, ਅਨੁਸ਼ਾਸਨ, ਜਿਹੜਾ ਨਿਆਂ ਪ੍ਰਣਾਲੀ, ਪ੍ਰਬੰਧ, ਸੱਤਾ, ਇਸ ਦੇ ਕੰਮ, ਰਾਜਨੀਤੀ ਦੇ ਕੰਮ ਜਦੋਂ ਨਹੀਂ ਪੈਣਗੇ ਉਸ ਭਾਸ਼ਾ ਨੂੰ, ਤਾਂ ਉਹਦੇ ਵਿੱਚ ਬਹੁਤ ਸਾਰੀ ਸ਼ਬਦਾਵਲੀ ਵੀ ਨਹੀਂ ਹੋਊਗੀ, ਤੇ ਉਸ ਸ਼ਬਦਾਵਲੀ ਦੇ ਨਾ ਹੋਣ ਦੇ ਸਿੱਟੇ ਵਜੋਂ ਜਿਹੜੇ ਉਹਦਾ ਪਰੰਪਰਕ ਰੂਪ ਹੈ ਉਹ ਸੰਭਾਲਿਆ ਰਿਹਾ ਜਾਂਦਾ ਹੋਊਗਾ, ਤੇ ਉਸ ਦੇ ਵਿੱਚ ਆਪਣੇ ਤਰ੍ਹਾਂ ਦੀ ਮਿਠਾਸ ਅਸੀਂ ਮਹਿਸੂਸ ਕਰ ਸਕਦੇ ਹੋਵਾਂਗੇ। ਇਹ ਵੀ ਆਪਣੇ ਤਰ੍ਹਾਂ ਦਾ ਕਹਿ ਲਓ ਕਿ ਹੁੰਦਾ, ਜਿਹਨੂੰ ਅਸੀਂ ਅਤੀਤ ਨਾਲ ਮੋਹ ਹੁੰਦਾ ਉਹ ਕਹਿ ਸਕਦੇ ਹਾਂ। ਤਾਂ ਇੱਕ ਤਾਂ ਆਪਾਂ ਜਿਹੜੀ ਗੱਲ ਇੱਥੇ ਖਤਮ ਕਰਦੇ ਹਾਂ ਕਿ ਜਨ ਸੰਪਰਕ ਦੀ ਭਾਸ਼ਾ ਉਹਨਾਂ ਦੀ ਸਥਾਨਕ ਭਾਸ਼ਾ ਹੋਊਗੀ, ਜਿਵੇਂ ਪੰਜਾਬ ਦੇ ਕਬੀਲਿਆਂ ਵਾਸਤੇ ਜਨ ਸੰਪਰਕ ਦੀ ਭਾਸ਼ਾ ਜਿਹੜੀ ਪੰਜਾਬੀ ਹੈ। ਜਿਹੜੀ ਹੁਣ ਉਹਦੀ ਆਪਣੀ ਭਾਸ਼ਾ ਹੈਗੀ ਆ, ਬੋਲਚਾਲ ਦੀ ਭਾਸ਼ਾ, ਉਹ ਉਹਨਾਂ ਦੀ ਬਾਜ਼ੀਗਰੀ ਬੰਜਾਰਾ ਭਾਸ਼ਾ, ਅਸੀਂ ਉਸ ਦਾ ਨਾਮ ਲੈ ਰਹੇ ਹਾਂ। ਤਾਂ ਇਸ ਭਾਸ਼ਾ ਦੀ ਕੋਈ ਵੱਖਰੀ ਵਿਆਕਰਣ ਦਾ ਅਹਿਸਾਸ ਮੈਨੂੰ ਨਹੀਂ ਹੋਇਆ। ਜਿਸ ਤਰ੍ਹਾਂ ਦੇ ਉਹਨਾਂ ਨੇ ਉਦਾਹਰਨਾਂ ਵੀ ਦਿੱਤੀਆਂ ਨੇ, ਉਹਨਾਂ ਉਦਾਹਰਨਾਂ ਦੇ ਵਿੱਚ ਉਸ ਦੀ ਜਿਹੜੀ ਵਿਆਕਰਣ ਹੈ ਉਹ ਗੁਰਮੁਖੀ ਪੰਜਾਬੀ ਜਾਂ ਹਿੰਦੀ ਦੇ ਨਾਲ ਮਿਲਦੀ ਜੁਲਦੀ ਹੀ ਹੈ। ਤੇ ਮੁੱਖ ਤੌਰ ਤੇ ਜਿਹੜਾ ਫਰਕ ਹੈਗਾ ਉਹ ਵੋਕੈਬਲਰੀ ਦਾ ਜਾਂ ਸ਼ਬਦਾਵਲੀ ਦਾ ਹੀ ਫਰਕ ਹੈ। ਤੇ ਜਦੋਂ ਉਦਾਹਰਨਾਂ ਵੀ ਦਿੱਤੀਆਂ ਜਾਂਦੀਆਂ ਨੇ, ਉਹ ਵੀ ਸ਼ਬਦਾਵਲੀ ਦੀਆਂ ਹੀ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ। ਥੋੜਾ ਜਿਹਾ ਫਰਕ ਜਿਹੜਾ ਹੈਗਾ ਉਹ ਸਹਾਇਕ ਕਿਰਿਆਵਾਂ ਦਾ ਪੈ ਜਾਂਦਾ ਹੁੰਦਾ ਹੈ ਨਾ। ਤੇ ਸਹਾਇਕ ਕਿਰਿਆਵਾਂ ਦੇ ਵਖਰੇਵੇਂ ਦੇ ਨਾਲ ਕੋਈ ਜਿਹੜੀ ਭਾਸ਼ਾ ਹੈਗੀ ਆ ਉਹ ਆਪਣਾ ਇੱਕ ਵੱਖਰੇ ਨਕਸ਼ ਜਿਹੜੇ ਹੈਗੇ ਆ ਉਹ ਰੱਖਦੀ ਆ। ਤੇ ਸਹਾਇਕ ਕਿਰਿਆਵਾਂ ਦਾ ਵਖਰੇਵਾਂ ਤਾਂ ਉਪਭਾਸ਼ਾਵਾਂ ਦੇ ਵਿੱਚ ਵੀ ਹੁੰਦਾ ਹੈ ਨਾ। ਅਸੀਂ ਜਦੋਂ ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਸਹਾਇਕ ਕਿਰਿਆਵਾਂ ਦਾ ਵਖਰੇਵਾਂ ਹੈਗਾ। ਕੋਈ ਭਾਸ਼ਾ ਵੱਖਰੀ ਹੁੰਦੀ ਆ ਆਪਣੇ ਸ਼ਬਦਾਵਲੀ ਦੇ ਨਾਲ ਨਾਲ, ਜਦੋਂ ਵਿਆਕਰਣਕ ਪ੍ਰਬੰਧ ਦੇ ਵਿੱਚ ਸ਼ਬਦਾਂ ਦੀ ਘਾੜਤ ਦੇ ਜਿਹੜੇ ਹੋਰ ਤਰੀਕੇ ਨੇ, ਇਹਦੇ ਵਿੱਚ ਸ਼ਬਦਾਂ ਦੀ ਰੂਪ ਰਚਨਾ ਹੈ ਨਾ, ਜਿਹਨੂੰ ਅਸੀਂ ਮਾਰਫੋਲੋਜੀ ਦੇ ਅਧੀਨ ਕਹਿੰਦੇ ਆ, ਉਸ ਦੇ ਵਿੱਚ ਤੇ ਉਹਦੀ ਧੁਨੀ ਵਿਗਿਆਨਕ ਰੂਪ ਦੇ ਵਿੱਚ ਵੀ ਕੁਝ ਵੱਖਰੀਆਂ ਧੁਨੀਆਂ ਤੇ ਉਸ ਦੇ ਵੱਖਰੇ ਉਚਾਰ ਹੁੰਦੇ ਨੇ, ਵੱਖਰੀਆਂ ਧੁਨੀਆਂ ਦੇ ਵੱਖਰੇ ਕੰਬੀਨੇਸ਼ਨ ਹੁੰਦੇ ਨੇ। ਧੁਨੀਆਂ ਤਾਂ ਜਿਹੜੀਆਂ ਅਸੀਂ ਕਹੀਏ ਕਿ ਮਨੁੱਖੀ ਮੂੰਹ ਦੇ ਵਿੱਚ ਬੋਲੀਆਂ ਜਾਣ ਵਾਲੀਆਂ ਤਮਾਮ ਧੁਨੀਆਂ ਦੇ ਵਿੱਚੋਂ ਉਹਨਾਂ ਦੀ ਚੋਣ ਜਿਹੜੀ ਹੈਗੀ ਆ ਉਹ ਕੁਝ ਵੱਖਰੀ ਹੁੰਦੀ ਹੈ। ਇਸ ਕਿਸਮ ਦਾ ਧੁਨੀ ਵਿਗਿਆਨਕ ਵਿਸ਼ਲੇਸ਼ਣ ਕਰਨ ਤੋਂ ਉਪਰੰਤ ਹੀ ਅਸੀਂ ਬੰਜਾਰਾ ਭਾਸ਼ਾ ਦੇ ਵਖਰੇਵੇਂ ਬਾਰੇ ਕੋਈ ਹੋਰ ਸਿੱਟੇ ਕੱਢ ਸਕਦੇ ਹੋਵਾਂਗੇ। ਪਰੰਤੂ ਜੋ ਹੁਣ ਤੱਕ ਉਦਾਹਰਨਾਂ ਪੇਸ਼ ਕੀਤੀਆਂ ਗਈਆਂ ਨੇ, ਜੋ ਹੁਣ ਤੱਕ ਗੱਲਾਂ ਸਾਹਮਣੇ ਆਈਆਂ ਨੇ, ਉਸ ਦੇ ਵਿੱਚ ਮੁੱਖ ਵਖਰੇਵਾਂ ਸ਼ਬਦਾਵਲੀ ਦਾ ਵਖਰੇਵਾਂ ਹੀ ਜਾਪਦਾ।
ਜੇ ਅਸੀਂ ਬੰਜਾਰਾ ਭਾਸ਼ਾ ਦਾ ਰੂਪ ਵਿਗਿਆਨਕ ਵਿਸ਼ਲੇਸ਼ਣ ਕਰੀਏ, ਧੁਨੀ ਵਿਗਿਆਨਕ ਵਿਸ਼ਲੇਸ਼ਣ ਕਰੀਏ, ਵਾਕ ਵਿਗਿਆਨਕ ਵਿਸ਼ਲੇਸ਼ਣ ਕਰੀਏ ਤੇ ਅਰਥ ਵਿਗਿਆਨਕ ਵਿਸ਼ਲੇਸ਼ਣ ਕਰੀਏ, ਤਾਂ ਉਹਦੇ ਵਿੱਚ ਫਿਰ ਕੁਝ ਵਖਰੇਵੇਂ ਸਥਾਪਿਤ ਕੀਤੇ ਜਾ ਸਕਦੇ ਹੋਣਗੇ। ਪਰ ਪ੍ਰਤੱਖ ਤੌਰ ਤੇ ਹੁਣ ਜਿਹੜੀ ਚੀਜ਼ ਹੈਗੀ ਆ ਕਿ ਬੰਜਾਰਾ ਭਾਸ਼ਾ ਜਿਹੜੀ ਆ ਉਸ ਦੇ ਵਿੱਚ ਜਿਹੜੀ ਸ਼ਬਦਾਵਲੀ ਹੈ ਉਹ ਵੱਖਰੀ ਆ। ਉਸ ਦੀਆਂ ਕੁਝ ਉਦਾਹਰਨਾਂ ਵੀ ਅਸੀਂ ਦੇ ਸਕਦੇ ਹਾਂ, ਜਿਵੇਂ ਕਿ ਡਾਕਟਰ ਮੋਹਨ ਤਿਆਗੀ ਨੇ ਦਿੱਤੀਆਂ ਵੀ ਹੋਈਆਂ ਨੇ। ਜਿਵੇਂ ਸ਼ਬਦ ਹੈ ਭੰਗੂੜਾ। ਭੰਗੂੜੇ ਨੂੰ ਬਾਜ਼ੀਗਰੀ ਦੇ ਵਿੱਚ ਜਾਂ ਕਹੀਏ ਕਿ ਬੰਜਾਰਾ ਭਾਸ਼ਾ ਦੇ ਵਿੱਚ ਪੀਂਗਾ ਲਿਖਿਆ ਹੋਇਆ, ਤੇ ਮਹਿਮਾਨ ਨੂੰ ਪ੍ਰਾਹਮਣਾ ਲਿਖਿਆ ਹੋਇਆ, ਥਾਣਾ ਨੂੰ ਠਾਣੋ ਲਿਖਿਆ ਹੋਇਆ, ਬੌਕਰ ਨੂੰ ਬੋਖਰ ਲਿਖਿਆ ਹੋਇਆ, ਬਿਮਾਰ ਨੂੰ ਢੀਲੋ ਲਿਖਿਆ ਹੋਇਆ। ਤੇ ਇਹ ਆਪਾਂ ਜਿਹੜੇ ਸ਼ਬਦ ਨਾਲ ਨਾਲ ਦੇਖ ਰਹੇ ਹਾਂ, ਇਹ ਵੀ ਬਹੁਤ ਓਪਰੇ ਸ਼ਬਦ ਨਹੀਂ ਹੈਗੇ। ਇਹ ਅਸੀਂ ਆਮ ਹੀ ਇਹਨਾਂ ਸ਼ਬਦਾਂ ਨੂੰ ਅਸੀਂ ਮਤਲਬ ਸਮਝ ਸਕਦੇ ਹਾਂ। ਹੁਣ ਜੇ ਅੰਨਾ ਨੂੰ ਆਂਧੋ ਕਹੋਗੇ ਤਾਂ ਇਸ ਨੂੰ ਸਮਝਣ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈਗਾ। ਕਮਲਾ ਨੂੰ ਸੀਧੋ ਕਹੋਗੇ ਤਾਂ ਸਿੱਧਾ ਆਪਾਂ ਸਿੱਧਰਾ ਵੀ ਕਹਿੰਦੇ ਹਾਂ, ਹੈ ਨਾ। ਸਾਡੇ ਕੋਲ ਵੀ ਇਸ ਦਾ ਜਿਹੜਾ ਉਚਾਰ ਹੈ ਉਹ ਹੈਗਾ। ਕਿਤੇ ਕਿਤੇ ਕੋਈ ਸ਼ਬਦ ਜਿਹੜੇ ਹੈਗੇ ਨੇ ਉਹ ਥੋੜੇ ਜਿਹੇ ਵੱਖਰੇ ਹੋਣਗੇ। ਜਿਵੇਂ ਔਰਤ ਨੂੰ ਗਵਾਰਨੀ ਕਿਹਾ ਜਾਊਗਾ, ਖੂਹ ਨੂੰ ਕੂਵੋ ਲਿਖਿਆ ਹੋਇਆ, ਤੇ ਕੂਆਂ ਆਪਾਂ ਸ਼ਬਦ ਵਰਤਦੇ ਹਾਂ ਜਾਂ ਖੂਹ ਵਰਤਦੇ ਹਾਂ। ਖੂਹ ਤੇ ਕੂਆਂ ਤੇ ਕੂਆ ਇਹ ਅਲੱਗ-ਅਲੱਗ ਨਹੀਂ ਹੈਗੇ, ਹੈ ਨਾ। ਮੰਜਾ ਤੇ ਖਾਟ ਵੀ ਨੇੜੇ ਤੇੜੇ ਨੇ। ਬੱਚਾ ਛੋਹਰਾ ਏ ਤੇ ਬੱਚੀ ਛੋਹਰੀ ਹੈ। ਇਹਨਾਂ ਚੀਜ਼ਾਂ ਦਾ ਸਾਨੂੰ ਅਨੁਮਾਨ ਹੈਗਾ ਕਿ ਸਾਡੀਆਂ ਉਪਭਾਸ਼ਾਵਾਂ ਦੇ ਵਿੱਚ ਖਾਸ ਕਰਕੇ ਪੁਆਧੀ ਤੇ ਦੇ ਵਿੱਚ ਇਸੇ ਤਰ੍ਹਾਂ ਦੇ ਉਚਾਰ ਜਿਹੜੇ ਹੈਗੇ ਨੇ ਵਰਤੇ ਜਾਂਦੇ ਨੇ। ਤਾਂ ਮੁੱਖ ਤੌਰ ਤੇ ਸ਼ਬਦਾਂ ਦੇ ਵਿੱਚ ਵੀ ਬਹੁਤ ਦੂਰੀ ਨਹੀਂ ਹੈ, ਬਹੁਤ ਨੇੜੇ ਤੇੜੇ ਦੇ ਸ਼ਬਦ ਜਿੰਨੇ ਇਹਨਾਂ ਨੇ ਕੋਟ ਕੀਤੇ ਨੇ ਉਹਦੇ ਵਿੱਚ ਅਸੀਂ ਦੇਖ ਸਕਦੇ ਹਾਂ। ਰੋਟੀ ਨੂੰ ਬਾਟੀ ਲਿਖਿਆ ਹੋਇਆ, ਤੇ ਪੈਸਾ ਨੂੰ ਕਣੀਆਂ ਲਿਖਿਆ ਹੋਇਆ, ਹੈ ਨਾ। ਤਾਂ ਇਸ ਤਰ੍ਹਾਂ ਦੇ ਅੰਤਰ ਬਹੁਤ ਸਾਰੀ ਇੱਕ ਲੰਬੀ ਸੂਚੀ ਜਿਹੜੀ ਇਹਨਾਂ ਨੇ ਦਿੱਤੀ ਹੋਈ ਹੈ, 139 ਸ਼ਬਦ ਨੇ। ਸਾਰੇ ਸ਼ਬਦਾਂ ਨੂੰ ਮੈਂ ਇੱਥੇ ਨਹੀਂ ਦੱਸ ਸਕਦਾ, ਤੇ ਤੁਸੀਂ ਜਦੋਂ ਕਿਤਾਬ ਲਓਗੇ ਤੇ ਇਸ ਦੇ ਵਿੱਚ ਇਸ ਤਰ੍ਹਾਂ ਦੀ ਸ਼ਬਦਾਵਲੀ ਦੇਖ ਸਕਦੇ ਹੋਵੋਗੇ। ਜੇ ਤੁਸੀਂ ਕਹੋਗੇ ਤਾਂ ਮੈਂ ਤੁਹਾਨੂੰ ਇਹ ਫੋਟੋ ਖਿੱਚ ਕੇ ਇਸ ਦੇ ਪ੍ਰਮਾਣ ਜਿਹੜੇ ਨੇ ਉਹ WhatsApp ਦੇ ਰਾਹੀਂ ਵੀ ਭੇਜ ਸਕਦਾ ਹੋਊਗਾ। ਤੇ ਅਗਲੀ ਚੀਜ਼ ਜਿਹੜੀ ਹੈਗੀ ਹੈ ਇਹਨਾਂ ਦੀ ਭਾਸ਼ਾ ਬਾਰੇ, ਉਹ ਹੈ ਇਹਨਾਂ ਦੀ ਜਿਹੜੀ ਗੁਪਤ ਭਾਸ਼ਾ ਹੈ, ਜਿਸ ਨੂੰ ਇਹ ਪਾਰਸੀ ਕਹਿੰਦੇ ਨੇ। ਇਹ ਵੀ ਆਪਣੇ ਆਪ 'ਚ ਰੌਚਕ ਗੱਲ ਹੈ ਕਿ ਇਸ ਭਾਸ਼ਾ ਨੂੰ ਪਾਰਸੀ ਕਿਹਾ ਜਾਂਦਾ। ਤਾਂ ਇਹ ਜਿਹੜੀ ਭਾਸ਼ਾ ਹੈਗੀ ਆ ਗੁਪਤ ਭਾਸ਼ਾ, ਇਹ ਵਰਤੀ ਜਾਂਦੀ ਹੈ ਉਸ ਸਥਿਤੀ ਦੇ ਵਿੱਚ ਜਦੋਂ ਕੋਈ ਓਪਰਾ ਬੰਦਾ ਮੌਜੂਦ ਹੁੰਦਾ ਤੇ ਦੋ ਕਬੀਲੇ ਨਾਲ ਸੰਬੰਧਿਤ ਬੰਦਿਆਂ ਨੇ, ਬਾਜ਼ੀਗਰ ਕਬੀਲੇ ਨਾਲ ਸੰਬੰਧਿਤ ਦੋ ਬੰਦਿਆਂ ਨੇ ਆਪਸ ਵਿੱਚ ਗੱਲ ਕਰਨੀ ਹੁੰਦੀ ਹੈ। ਤਾਂ ਉਹ ਤੀਸਰੇ ਬੰਦੇ ਦੀ ਹਾਜ਼ਰੀ ਦੇ ਵਿੱਚ ਜਿਹੜੀ ਭਾਸ਼ਾ ਬੋਲੀ ਜਾਊਗੀ ਉਸ ਨੂੰ ਉਹ ਪਾਰਸੀ ਕਹਿੰਦੇ ਨੇ। ਤੇ ਇਹ ਜਿਹੜੀ ਪਾਰਸੀ ਹੈਗੀ ਆ, ਇਹ ਬਾਜ਼ੀਗਰੀ ਤੋਂ ਵੋਕੈਬਲਰੀ ਦੇ ਪੱਖੋਂ ਥੋੜੀ ਜਿਹੀ ਵੱਖਰੀ ਹੈ, ਜਿਸ ਨੂੰ ਇਹ ਬਿਲਕੁਲ ਹੀ ਵੱਖਰੇ ਤਰ੍ਹਾਂ ਦੀ ਭਾਸ਼ਾ ਹੋਣ ਦਾ ਦਾਅਵਾ ਜਿਹੜਾ ਹੈਗਾ ਡਾਕਟਰ ਮੋਹਨ ਤਿਆਗੀ ਕਰਦੇ ਨੇ ਕਿ ਇਹ ਬਿਲਕੁਲ ਵੱਖਰੇ ਤਰ੍ਹਾਂ ਦੀ ਭਾਸ਼ਾ ਹੈ। ਜਿਹੜੇ ਉਹਦੇ ਵਾਕ ਬਣਤਰ ਹੈ, ਵਾਕ ਬਣਤਰ ਤੋਂ ਵੀ ਇਸ ਤਰ੍ਹਾਂ ਦਾ ਅਹਿਸਾਸ ਨਹੀਂ ਹੁੰਦਾ ਹੈਗਾ ਕਿ ਇਸ ਨੂੰ ਅਸੀਂ ਵੱਖਰੀ ਭਾਸ਼ਾ ਦੇ ਤੌਰ ਤੇ ਉਵੇਂ ਬਿਲਕੁਲ ਵੱਖਰੇ ਵਿਆਕਰਣ ਵਾਲੀ ਵੱਖਰੀ ਭਾਸ਼ਾ ਦੇ ਤੌਰ ਤੇ ਤਸਲੀਮ ਕਰ ਸਕਦੇ ਹਾਂ। ਜਿਵੇਂ ਇੱਕ ਹੈਗਾ ਵਾਕ ਹੈਗਾ ਕਿ ਜਿਵੇਂ ਕੋਈ ਪੰਜਾਬੀ 'ਚ ਕਹਾਂਗੇ ਕੋਈ ਅਜਨਬੀ ਆਇਆ ਹੈ ਨਾ, ਤਾਂ ਉਹਨਾਂ ਨੇ ਵਾਕ ਦਿੱਤਾ ਹੋਇਆ ਪੋਰੀਆ ਆ ਗਿਓ ਛਾ, ਤੇ ਇਹ ਬਾਜ਼ੀਗਰੀ ਹੈ, ਪੋਰੀਆ ਆ ਗਿਓ ਛਾ। ਤੇ ਜਿਹੜੀ ਪਾਰਸੀ ਆ ਉਹਦੇ ਵਿੱਚ ਲਿਖਿਆ ਨਾਟੀ ਏਵ ਗਿਓ ਛਾ, ਹੈ ਨਾ। ਆ ਗਿਓ ਦੀ ਥਾਂ ਦੇ ਉੱਪਰ ਇੱਥੇ ਏਵ ਗਿਓ ਆ ਗਿਆ, ਪੋਰੀਆ ਦੀ ਥਾਂ ਦੇ ਉੱਪਰ ਨਾਟੀ ਆ ਗਿਆ। ਤਾਂ ਕਿਰਿਆ ਦੇ ਵਿੱਚ, ਕਿਰਿਆ ਰੂਪ ਦੇ ਵਿੱਚ ਫਰਕ ਪੈ ਜਾਂਦਾ, ਤੇ ਉੱਪਰ ਜਿਹੜਾ ਨਾਊਨ ਹੈਗਾ ਨਾਮ ਦੇ ਵਿੱਚ ਫਰਕ ਪੈ ਗਿਆ। ਪੋਰੀਆ ਦੀ ਥਾਂ ਦੇ ਉੱਪਰ ਨਾਟੀ ਹੋ ਗਿਆ, ਜਿੱਥੇ ਉੱਥੇ ਪੰਜਾਬੀ ਦੇ ਵਿੱਚ ਉਹ ਅਜਨਬੀ ਜਾਂ ਓਪਰਾ ਬੰਦਾ ਕਹਿੰਦੇ, ਓਪਰਾ ਬੰਦਾ ਆਇਆ ਕੋਈ, ਹੈ ਨਾ। ਤਾਂ ਓਪਰਾ ਬੰਦਾ ਪੋਰੀਆ ਹੋ ਗਿਆ। ਤਾਂ ਜਿਹੜੀ ਇਹ ਭਾਸ਼ਾ ਹੈਗੀ ਆ, ਇਹ ਮੁੱਖ ਤੌਰ ਤੇ ਉਹਨਾਂ ਦੀ ਗੁਪਤ ਭਾਸ਼ਾ ਹੈ, ਜਿਹੜੀ ਕਿ ਦੂਸਰਿਆਂ ਤੋਂ, ਉੱਪਰੇ ਬੰਦਿਆਂ ਤੋਂ, ਗੈਰ ਬਾਜ਼ੀਗਰ ਕਬੀਲੇ ਨਾਲ ਸੰਬੰਧਿਤ ਬੰਦਿਆਂ ਤੋਂ ਲੁਕੋ ਕੇ ਜਿਹੜੀ ਉਹਨਾਂ ਨੇ ਆਪਸ ਵਿੱਚ ਗੱਲ ਕਰਨੀ ਆ, ਉਦੋਂ ਉਹ ਪਾਰਸੀ ਦੀ ਵਰਤੋਂ ਕਰਦੇ ਨੇ। ਇਹ ਵੀ ਕਿਹਾ ਗਿਆ ਕਿ ਜਦੋਂ ਬੱਚਿਆਂ ਤੋਂ ਛੁਪਾ ਕੇ ਕੋਈ ਗੱਲ ਕਰਨੀ ਹੁੰਦੀ ਆ, ਉਦੋਂ ਵੀ ਮਾਂ-ਬਾਪ ਆਪਸ ਦੇ ਵਿੱਚ ਜਾਂ ਵੱਡੇ ਜਿਹੜੇ ਲੋਕ ਨੇ ਆਪਸ ਦੇ ਵਿੱਚ ਪਾਰਸੀ ਦੀ ਵਰਤੋਂ ਕਰ ਲੈਂਦੇ ਨੇ। ਮੇਰਾ ਧਿਆਨ ਇਸਦੇ ਨਾਮਕਰਨ ਵੱਲ ਵੀ ਜਾਂਦਾ ਹੈ ਕਿ ਇਸ ਨੂੰ ਪਾਰਸੀ ਕਿਉਂ ਕਿਹਾ ਗਿਆ, ਕਿਉਂਕਿ ਪਾਰਸੀ ਤਾਂ ਆਪਣੇ ਆਪ ਦੇ ਵਿੱਚ ਇੱਕ ਕਮਿਊਨਿਟੀ ਵੀ ਹੈ।
ਪਾਰਸੀ ਕਮਿਊਨਿਟੀ ਦੀ ਆਪਣੀ ਜਿਹੜੀ ਭਾਸ਼ਾ ਹੈਗੀ ਆ ਉਸ ਦੇ ਨਾਲ ਇਸ ਦਾ ਕੀ ਮੇਲ ਜੋਲ ਹੈ, ਇਸ ਕਿਸਮ ਦਾ ਸਵਾਲ ਵੀ ਪੈਦਾ ਹੁੰਦਾ ਹੈ। ਜਿਹੜੀ ਬਾਜ਼ੀਗਰ ਕਬੀਲੇ ਦੀ ਬੋਲਚਾਲ ਦੀ ਭਾਸ਼ਾ, ਉਹਦੇ ਬਾਰੇ ਇੱਕ ਗੱਲ ਜਿਹੜੀ ਆਪਾਂ ਹੋਰ ਕਰ ਲਈਏ, ਉਹ ਇਹ ਆ ਕਿ ਇਸ ਦੇ ਵਿੱਚ ਜਿਹੜੀਆਂ ਗੁਜਰਾਤੀ, ਮਰਾਠੀ ਤੇ ਹੋਰ ਇਸ ਕਿਸਮ ਦੀਆਂ ਜਿਹੜੀਆਂ ਨੇੜੇ ਦੀਆਂ ਭਾਸ਼ਾਵਾਂ ਜਿੱਥੋਂ ਜਿੱਥੋਂ ਕਿ ਬਾਜ਼ੀਗਰ ਕਬੀਲੇ ਦੇ ਲੋਕ ਗੁਜ਼ਰੇ ਰਹੇ, ਉਹਨਾਂ ਭਾਸ਼ਾਵਾਂ ਦੀ ਸ਼ਬਦਾਵਲੀ ਵੀ ਇਸ ਦੇ ਵਿੱਚ ਮਿਸ਼ਰਤ ਹੈ। ਇਸ ਕਰਕੇ ਇਹ ਇੱਕ ਤਰ੍ਹਾਂ ਦੀ ਜਿਹੜੀ ਬਾਜ਼ੀਗਰ ਕਬੀਲੇ ਦੀ ਭਾਸ਼ਾ ਹੈਗੀ ਆ, ਉਹ ਕਈ ਸਾਰੀਆਂ ਭਾਸ਼ਾਵਾਂ ਦਾ ਮਿਸ਼ਰਣ ਬਣ ਜਾਂਦੀ ਹੈ। ਇਹ ਇੱਕ ਵੱਖਰੇ ਤਰ੍ਹਾਂ ਦਾ ਵਤੀਰਾ ਹੈ। ਇੱਕ ਭਾਸ਼ਾ ਦੇ ਵਿੱਚ ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਦੇ ਜਿਹੜੇ ਹੈਗੇ ਨੇ ਉਹ ਸ਼ਬਦ ਹੋਣਗੇ। ਵੈਸੇ ਕਮਾਲ ਦੀ ਗੱਲ ਹੈ ਕਿ ਇਹ ਇਸ ਤਰ੍ਹਾਂ ਦਾ ਜਿਹੜਾ ਮਸਲਾ ਹੈਗਾ ਉਹ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ, ਪੰਜਾਬੀ ਦੇ ਵਿੱਚ ਵੀ ਤੁਹਾਨੂੰ ਗੁਜਰਾਤੀ ਦੇ ਜਿਹੜੇ ਨਾਲ ਮਿਲਦੇ ਜੁਲਦੇ ਸ਼ਬਦ ਮਿਲ ਜਾਣਗੇ, ਹੈਨਾ, ਤੇ ਇੱਥੋਂ ਤੱਕ ਕਿ ਅਰਬੀ ਨਾਲ ਮਿਲਦੇ ਹੋਏ ਸ਼ਬਦ ਤੁਹਾਨੂੰ ਪੰਜਾਬੀ ਦੇ ਵਿੱਚ ਮਿਲ ਜਾਣਗੇ। ਤੇ ਆਪਾਂ ਜਦੋਂ ਕਹਿੰਦੇ ਆ ਨਾ, ਮੈਂ ਅਰਬੀ ਦੀ ਫਿਲਮ ਦੇਖ ਰਿਹਾ ਸੀ, ਉਹਦੇ ਵਿੱਚ ਕੁਝ ਉਚਾਰ ਉਹਨਾਂ ਨੇ ਵਰਤੇ ਹੋਏ ਸੀ ਤੇ ਉਹਨਾਂ ਤੋਂ ਮਤਲਬ ਬਿਲਕੁਲ ਬਹਿਸ ਪਤਾ ਲੱਗਦਾ ਸੀਗਾ ਕਿ ਉਹ ਕਿਵੇਂ ਪੰਜਾਬੀ ਦੇ ਵਿੱਚ ਕਿਵੇਂ ਆਏ ਹੋਏ ਹੋਣਗੇ। ਜਦੋਂ ਅਸੀਂ ਅਰਬੀ ਜਾਂ ਹੋਰਾਂ ਭਾਸ਼ਾਵਾਂ ਦੀਆਂ ਫਿਲਮਾਂ ਦੇਖਦੇ ਹਾਂ, ਉਹਨਾਂ ਦੇ ਉਚਾਰ ਤੋਂ, ਉਹਨਾਂ ਦੇ ਵਿੱਚ ਬੋਲੀ ਜਾ ਰਹੀ ਸ਼ਬਦਾਵਲੀ ਤੋਂ ਸਾਨੂੰ ਅਹਿਸਾਸ ਹੋ ਜਾਂਦਾ ਕਿ ਸਾਡੇ ਨਾਲ ਇਹ ਕਿੰਨੇ ਮਿਲਦੇ ਜੁਲਦੇ ਸ਼ਬਦ ਨੇ। ਜਿਵੇਂ ਆਪਾਂ ਖੀਸਾ ਸ਼ਬਦ ਜਿਹੜਾ ਹੈਗਾ ਉਹ ਮਰਾਠੀ 'ਚ ਵੀ ਵਰਤਿਆ ਜਾਂਦਾ, ਉਹ ਪੰਜਾਬੀ 'ਚ ਵੀ ਵਰਤਿਆ ਜਾਂਦਾ, ਬਹੁਤ ਸਾਰੇ ਸ਼ਬਦ ਗੁਜਰਾਤੀ 'ਚ ਵੀ ਵਰਤੇ ਜਾਂਦੇ ਨੇ। ਇਸ ਤਰ੍ਹਾਂ ਨਾਲ ਭਾਸ਼ਾਵਾਂ ਦੇ ਵਿੱਚ ਆਮ ਕਰਕੇ ਜਿਹੜਾ ਮਿਸ਼ਰਣ ਹੈ ਉਹ ਹੁੰਦਾ ਰਹਿੰਦਾ ਹੈ, ਪਰ ਇਹ ਇੱਕ ਇਸ ਲਈ ਜ਼ਿਆਦਾ ਪ੍ਰਤੱਖ ਤੌਰ ਤੇ ਮਿਸ਼ਰਤ ਭਾਸ਼ਾ, ਕਿਉਂਕਿ ਇਹਦੇ ਵਿੱਚ ਉਹਨਾਂ ਦੀ ਜਿਹੜੀ ਸ਼ਬਦਾਵਲੀ ਹੈ ਉਹ ਵੱਡੇ ਪੱਧਰ ਦੇ ਉੱਪਰ ਸਮੋਈ ਹੋਈ ਹੈ। ਜਿਹੜੀ ਉਹਨਾਂ ਦੀ ਹੈਗੀ ਆ ਗੁਪਤ ਭਾਸ਼ਾ, ਉਸ ਦੇ ਵਿੱਚ ਜਿਹੜੇ ਸ਼ਬਦਾਂ ਦਾ ਉਦਾਹਰਨ ਲਈ ਜਾ ਸਕਦੀ ਆ। ਉਹਦੇ ਵਿੱਚ ਜਿਵੇਂ ਸ਼ਬਦ ਹੈ ਪੰਚਾਇਤ, ਤੇ ਬਾਜ਼ੀਗਰੀ ਦੇ ਵਿੱਚ ਉਹ ਹੈਗਾ ਪੰਚਾਇਤ, ਤੇ ਪਾਰਸੀ ਦੇ ਵਿੱਚ ਹੈਗਾ ਬੰਦਾ। ਇਸੇ ਤਰ੍ਹਾਂ ਨਾਲ ਚਾਹ ਨੂੰ ਬਾਜ਼ੀਗਰੀ ਚਾਹ ਹੀ ਕਹਿੰਦੇ ਨੇ ਤੇ ਪਾਰਸੀ ਦੇ ਵਿੱਚ ਇਣਸੀ ਕਿਹਾ ਜਾਂਦਾ। ਦੇਖੋ ਹੁਣ ਜਿਹੜਾ ਬਿਮਾਰ ਹੈ ਉਹ ਢਿੱਲੋ ਹੋ ਗਿਆ ਬਾਜ਼ੀਗਰ ਦੇ ਵਿੱਚ, ਤੇ ਪਾਰਸੀ ਦੇ ਵਿੱਚ ਮੱਠੋ ਹੋ ਗਿਆ, ਹੈਨਾ। ਮੱਠਾ ਢਿੱਲਾ, ਹੈਨਾ, ਇੱਕ ਬਹੁਤ ਦੂਰ ਦੀ ਕਹਾਣੀ ਨਹੀਂ ਹੈਗੀ, ਹੈਨਾ। ਤੜਕਾ ਜਿਹੜਾ ਹੈਗਾ ਉਹ ਤੜਕੋ ਹੋ ਗਿਆ ਬਾਜ਼ੀਗਰੀ ਦੇ ਵਿੱਚ, ਤੇ ਭੁੰਨਣ ਹੋ ਗਿਆ ਪਾਰਸੀ ਦੇ ਵਿੱਚ, ਹੈਨਾ। ਤਾਂ ਉੱਥੇ ਜੇ ਬੁੱਢਾ ਹੈਗਾ ਪੰਜਾਬੀ ਦਾ, ਬੁੱਢੋ ਹੋ ਗਿਆ ਬਾਜ਼ੀਗਰੀ ਦਾ, ਤੇ ਸਿਆਣੇ ਸ਼ਬਦ ਜਿਹੜਾ ਹੈਗਾ ਉਹ ਪਾਰਸੀ ਵਿੱਚ ਵਰਤਿਆ ਜਾ ਰਿਹਾ। ਇਹ ਵੀ ਇੱਕ ਬਹੁਤੀ ਦੂਰ ਦੀ ਗੱਲ ਨਹੀਂ ਹੈਗੀ। ਕੁਝ ਹੋਰ ਸ਼ਬਦ ਹੈਗੇ ਨੇ ਜਿਹੜੇ ਤੁਸੀਂ ਮੁਕਾਬਲਤਨ ਡਿਫਰੈਂਟ ਹੋਣਗੇ, ਵੱਖਰੇ ਹੋਣਗੇ। ਜਿਵੇਂ ਲੰਗੜਾ ਜਿਹੜਾ ਹੈਗਾ ਤੇ ਉਹ ਬਾਜ਼ੀਗਰੀ 'ਚ ਲੰਗੜੋ ਹੋ ਗਿਆ, ਤੇ ਪਾਰਸੀ ਦੇ ਵਿੱਚ ਆਰੀ ਹੋ ਗਿਆ। ਆਪਾਂ ਵੀ ਆਰੀ ਕਹਿੰਦੇ, ਬੰਦਾ ਆਰੀ ਹੋ ਗਿਆ, ਹੈਨਾ। ਤਾਂ ਜਿਹੜਾ ਆਰੀ ਹੁੰਦਾ, ਆਰੀ ਨੂੰ ਅਸੀਂ ਕੰਮ ਲੱਗਿਆ ਵੀ ਕਹਿੰਦੇ ਆ। ਇੱਕ ਔਰ ਜਿਹੜੀ ਹੈਗੀ ਆ ਉਹ ਕਿਸੇ ਮੁਸ਼ਕਲ ਜਾਂ ਕੋਈ ਅੜਚਣ ਹੈ, ਉਸ ਵਾਸਤੇ ਵੀ ਅਸੀਂ ਔਖਰ ਸ਼ਬਦ ਵਰਤਦੇ ਹਾਂ। ਤਾਂ ਇਸ ਤਰ੍ਹਾਂ ਦੀ ਜਿਹੜੀ ਸ਼ਬਦਾਵਲੀ ਦੇ ਵਖਰੇਵੇਂ ਜਿਹੜੇ ਹੈਗੇ ਨੇ ਉਹ ਪਾਰਸੀ ਦੇ ਵਿੱਚ ਦੇਖੇ ਜਾ ਸਕਦੇ ਨੇ। ਪਾਰਸੀ ਦੇ ਬਾਜ਼ੀਗਰੀ ਦੇ ਵਿੱਚ ਵੀ ਵਖਰੇਵੇਂ ਦੇਖੇ ਜਾ ਸਕਦੇ ਨੇ। ਤਾਂ ਸਮੁੱਚੇ ਤੌਰ ਤੇ ਆਪਾਂ ਗੱਲ ਨੂੰ ਜੇ ਸਮੇਟੀਏ ਤਾਂ 3 ਪੱਧਰ ਦੇ ਉੱਪਰ ਉਹਨਾਂ ਦੀ ਭਾਸ਼ਾ ਦੀ ਵਰਤੋਂ ਹੁੰਦੀ ਹੈ। ਪਹਿਲੀ, ਜਦੋਂ ਲੋਕਾਂ ਨਾਲ ਜਨ ਸੰਪਰਕ ਕਰਨਾ ਹੈ, ਵਪਾਰ ਦੇ ਵਾਸਤੇ ਆਦਾਨ ਪ੍ਰਦਾਨ ਕਰਨਾ ਹੈ, ਆਮ ਲੋਕਾਂ ਨਾਲ ਜਿਨ੍ਹਾਂ ਦੇ ਦਰਮਿਆਨ ਉਹ ਰਹਿ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨੀ ਹੈ, ਤਾਂ ਉੱਥੇ ਭਾਸ਼ਾ ਹੋਰ ਹੈ, ਕਿਉਂਕਿ ਇਹ ਸ਼ਬਦਾਵਲੀ ਹੋਰ ਹੈ। ਤੇ ਜਦੋਂ ਉਹਨਾਂ ਨੇ ਆਪਸ 'ਚ ਗੱਲ ਕਰਨੀ ਹੈ ਤਾਂ ਉੱਥੇ ਭਾਸ਼ਾ ਦਾ ਵਤੀਰਾ ਵੱਖਰਾ ਹੋ ਜਾਂਦਾ ਹੈ। ਤੇ ਜਦੋਂ ਉਹਨਾਂ ਨੇ ਆਪਸ ਵਿੱਚ ਕਿਸੇ ਗੈਰ ਬੰਦੇ ਦੀ ਹਾਜ਼ਰੀ ਵਿੱਚ ਗੱਲ ਕਰਨੀ ਹੈ ਤਾਂ ਉਹਨਾਂ ਦਾ ਭਾਸ਼ਾ ਦਾ ਵਤੀਰਾ ਵੱਖਰਾ ਹੋ ਜਾਂਦਾ। ਇਹ ਚੀਜ਼ਾਂ ਮਤਲਬ ਦੱਸਦੀਆਂ ਨੇ, ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਅੰਤਰਮੁਖੀ ਜਾਂ ਅੰਤਰਵਰਤੀ ਵਤੀਰਾ ਹੁੰਦਾ ਕਿਸੇ ਟ੍ਰਾਈਬ ਦਾ ਦੂਸਰੇ ਲੋਕਾਂ ਤੋਂ ਨਿਖੜ ਕੇ ਰਹਿਣ ਦਾ, ਤੇ ਉਹਨਾਂ ਦੇ ਵਿੱਚ ਸਾਡੀ ਪਛਾਣ ਸੰਮਿਲਿਤ ਨਾ ਹੋ ਜਾਵੇ, ਪਿਘਲ ਨਾ ਜਾਵੇ, ਹੈਨਾ। ਜਿਵੇਂ ਮੈਲਟਿੰਗ ਪੌਟ ਦੀ ਗੱਲ ਕਰਦੇ ਹਾਂ, ਤਾਂ ਮੈਲਟਿੰਗ ਪੌਟ ਇੱਕ ਸੰਸਾਰ ਦਾ ਹੁੰਦਾ, ਤੇ ਇੱਕ ਮੈਲਟਿੰਗ ਪੌਟ ਹਰ ਥਾਂ ਦੇ ਉੱਪਰ ਹੀ ਮੌਜੂਦ ਹੁੰਦਾ, ਜਿਸ ਦੇ ਵਿੱਚ ਜਿਹੜੀਆਂ ਸਥਾਨਕ ਛੋਟੀਆਂ ਭਾਸ਼ਾਵਾਂ ਨੇ ਉਹ ਮੈਲਟ ਹੋ ਜਾਂਦੀਆਂ ਨੇ। ਉਪ ਭਾਸ਼ਾਵਾਂ ਵੀ ਐਵੇਂ ਮੈਲਟ ਹੋ ਕੇ ਹੀ ਭਾਸ਼ਾ ਬਣਦੀ ਆ। ਤੇ ਉਪ ਭਾਸ਼ਾਵਾਂ ਦੇ ਵਿੱਚ ਵੀ ਅੱਗੇ ਬਹੁਤ ਸਾਰੇ ਨਿੱਕੇ ਵਖਰੇਵੇਂ ਜਿਹੜੇ ਹੈਗੇ ਨੇ ਉਹ ਦੇਖੇ ਜਾ ਸਕਦੇ ਨੇ, ਤੇ ਉਹ ਵਖਰੇਵੇਂ ਅਖੀਰ ਨੂੰ ਉਹਨਾਂ ਵਖਰੇਵਿਆਂ ਦਾ ਜਿਹੜਾ ਕਹੀਏ ਕਿ ਉਹ ਇੱਕ ਦੂਜੇ ਦੇ ਨੇੜੇ ਆ ਕੇ ਵਖਰੇਵੇਂ ਖਤਮ ਹੋ ਜਾਂਦੇ ਨੇ। ਠੀਕ ਹੈ, ਇਸ ਕਰਕੇ ਇਹ ਹੈਗਾ ਬਾਜ਼ੀਗਰ ਕਬੀਲੇ ਦੀ ਭਾਸ਼ਾ ਦੇ ਬਾਰੇ ਮੁੱਖ ਤੌਰ ਤੇ ਗੱਲਾਂ। ਅਗਲੀ ਜਿਹੜੀ ਗੱਲ ਆਪਾਂ ਸ਼ੁਰੂ ਕਰਨੀ ਹੈ, ਹੋ ਸਕਦਾ ਕਿ ਅੱਜ ਦੇ ਲੈਕਚਰ ਦੇ ਵਿੱਚ ਉਹ ਖਤਮ ਤਾਂ ਨਾ ਹੋਵੇ, ਕਿਉਂਕਿ ਮੁਕਾਬਲਤਨ ਵਿਸਤ੍ਰਿਤ ਗੱਲ ਹੈ।
ਉਹ ਹੈਗੀ ਆ ਜਿਹੜੀ ਬਾਜ਼ੀਗਰ ਕਬੀਲੇ ਦੀਆਂ ਧਾਰਮਿਕ ਮਾਨਤਾਵਾਂ ਨੇ ਉਹਨਾਂ ਦੇ ਬਾਰੇ। ਆਪਾਂ ਉਹਨਾਂ ਦੇ ਸਮਾਜ ਪ੍ਰਬੰਧ ਬਾਰੇ ਗੱਲ ਕੀਤੀ ਆ, ਉਹਨਾਂ ਦੇ ਨਿਆਂ ਪ੍ਰਬੰਧ ਬਾਰੇ ਗੱਲ ਕਰ ਚੁੱਕੇ ਹਾਂ, ਤੇ ਜਿਹੜੀਆਂ ਉਹਦੀਆਂ ਧਾਰਮਿਕ ਮਾਨਤਾਵਾਂ ਨੇ ਉਹਨਾਂ ਦੀ ਗੱਲ ਅਸੀਂ ਮੁੱਢਲੇ ਤੌਰ ਤੇ ਅੱਜ ਕਰਦੇ ਹਾਂ। ਤੇ ਜੇ ਇਸ ਦੇ ਵਿੱਚ ਵਿਸਤਾਰ ਦੀ ਜ਼ਰੂਰਤ ਹੋਈ ਤਾਂ ਅਗਲੇ ਲੈਕਚਰ ਦੇ ਵਿੱਚ ਕਿਤੇ ਇਸ ਨੂੰ ਵਿਸਤਾਰ ਵੀ ਦੇ ਦਿਆਂਗੇ। ਤਾਂ ਇਹਦੇ ਵਿੱਚ ਜਿਹੜਾ ਸਰੋਤ ਅਸੀਂ ਬਾਰ-ਬਾਰ ਵਰਤ ਰਹੇ ਹਾਂ ਹਨਾ, ਉਸ ਸਰੋਤ ਦੇ ਵਿੱਚ ਹੀ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਪੂਜਾ ਅਰਚਨਾਵਾਂ ਜਾਂ ਉਹਨਾਂ ਦੀ ਧਾਰਮਿਕ ਵਤੀਰੇ ਦੇ ਵਿੱਚ ਜੋ ਵੀ ਆਉਂਦਾ ਉਹਦੇ ਵਿੱਚ ਤਿੰਨ ਹਿੱਸਿਆਂ ਦੇ ਵਿੱਚ ਉਸ ਨੂੰ ਵੰਡਿਆ ਹੋਇਆ। ਇੱਕ ਤਾਂ ਦੇਵੀ ਦੇਵਤਿਆਂ ਦੀ ਪੂਜਾ ਆਰਾਧਨਾ, ਦੇਵੀ ਦੇਵਤਿਆਂ ਤੋਂ ਮਤਲਬ ਜਿਹੜਾ ਆਮ ਦੇਵੀ ਦੇਵਤੇ ਹਿੰਦੂ ਪਰੰਪਰਾ ਦੇ ਵਿੱਚੋਂ ਆਉਂਦੇ ਨੇ ਉਹਨਾਂ ਦੀ ਪੂਜਾ ਅਰਚਨਾ, ਤੇ ਦੂਸਰਾ ਹੈਗਾ ਪੰਜ ਪੀਰਾਂ ਦੀ ਸੇਵਾ ਅਰਚਨਾ, ਤੇ ਤੀਜਾ ਹੈਗਾ ਕਬੀਲੇ ਵਿਚਲੇ ਸੰਤਾਂ ਭਗਤਾਂ ਅਤੇ ਪੁਰਖਿਆਂ ਦੀ ਮਾਨਤਾ। ਜਿਹੜੀ ਤੀਜੀ ਚੀਜ਼ ਹੈ ਇਹ ਜ਼ਿਆਦਾ ਮਹੱਤਵਪੂਰਨ ਹੈ। ਇਹ ਕਹਿ ਲਓ ਕਿ ਇੱਕ ਖਾਸ ਕਬੀਲੇ ਦੇ ਧਾਰਮਿਕ ਵਤੀਰਿਆਂ ਨੂੰ ਵਿਲੱਖਣਤਾ ਪ੍ਰਦਾਨ ਕਰਨ ਵਾਲੀ ਜਿਹੜੀ ਚੀਜ਼ ਹੈ ਉਹ ਇਹੀ ਬਣਦੀ ਹੈ। ਤੇ ਇਹਦੇ ਵਿੱਚ ਇੱਕ ਗੱਲ ਅਸੀਂ ਲੋਕਧਾਰਾ ਦੇ ਅਗਲੇ ਸਮੈਸਟਰ ਦੇ ਵਿੱਚ ਲੋਕਧਾਰਾ ਦੇ ਪਾਠਕ੍ਰਮ ਦੇ ਵਿੱਚ ਕਰਾਂਗੇ, ਉਹ ਹੈਗੀ ਆ ਧਰਮ ਤੇ ਲੋਕ ਧਰਮ ਵਿਚਲਾ ਜਿਹੜਾ ਨਿਖੇੜਾ ਹੈ ਉਸ ਦੀ ਗੱਲ ਵੀ ਕਰਨੀ ਹੈ। ਆਮ ਕਰਕੇ ਜਿਹੜੇ ਜਿਹਨੂੰ ਅਸੀਂ ਵਿਸ਼ੇਸ਼ ਧਰਮ ਕਹਿੰਦੇ ਆ ਉਹਨੂੰ ਅੰਗਰੇਜ਼ੀ ਦੇ ਵਿੱਚ ਆਫੀਸ਼ੀਅਲ ਰਿਲੀਜਨ ਕਿਹਾ ਜਾਂਦਾ। ਆਫੀਸ਼ੀਅਲ ਰਿਲੀਜਨ ਇਹਨੂੰ ਅਧਿਕਾਰਕ ਧਰਮ ਦੇ ਰੂਪ ਦੇ ਵਿੱਚ ਵੀ ਆਪਾਂ ਟ੍ਰਾਂਸਲੇਟ ਕਰ ਸਕਦੇ ਹਾਂ। ਤੇ ਇਹਨਾਂ ਦੇ ਵਿੱਚ ਵਿਰੋਧ ਦੀ ਕਲਪਨਾ ਵੀ ਕੀਤੀ ਜਾਂਦੀ ਹੈ। ਤੇ ਲੋਕ ਧਰਮ ਨੂੰ ਵਿਸ਼ੇਸ਼ ਧਰਮ ਤੋਂ ਪੂਰਵ ਜਿਹੜੀ ਸਥਿਤੀ ਹੁੰਦੀ ਹੈ, ਪੂਰਵ ਧਾਰਮਿਕ ਮਾਨਤਾਵਾਂ ਹੁੰਦੀਆਂ ਨੇ, ਉਹਨਾਂ ਦੇ ਰੂਪ ਦੇ ਵਿੱਚ ਸਵੀਕਾਰ ਕੀਤਾ ਜਾਂਦਾ। ਲੋਕ ਧਰਮ ਤੋਂ ਵੀ ਪੂਰਵ ਜਿਹੜੀ ਸਥਿਤੀ ਹੈ ਉਹਨੂੰ ਪੈਗਨ ਰਿਲੀਜਨ ਵੀ ਕਿਹਾ ਜਾਂਦਾ। ਜਿਹੜੀ ਪੈਗਨ ਸਥਿਤੀ ਹੁੰਦੀ ਹੈ, ਬਹੁਤ ਹੀ ਸਥਾਨਕ ਤਰ੍ਹਾਂ ਦੇ ਦੇਵੀ ਦੇਵਤਿਆਂ ਦਾ ਹੋਣਾ ਹਨਾ, ਉਹਨਾਂ ਨੂੰ ਅਸੀਂ ਪੈਗਨ ਰਿਲੀਜਨ ਦੇ ਵਿੱਚ ਰੱਖਦੇ ਹਾਂ। ਜਿਹੜਾ ਪੈਗਨ ਰਿਲੀਜਨ ਹੈ ਉਹ ਇੱਕ ਤਰ੍ਹਾਂ ਨਾਲ ਲੋਕ ਧਰਮ ਦੇ ਵਿੱਚ ਸ਼ਾਮਿਲ ਵੀ ਹੁੰਦਾ, ਕਿਉਂਕਿ ਲੋਕ ਧਰਮ ਦੀਆਂ ਕੁਝ ਕਿਰਿਆਵਾਂ ਤਾਂ ਕਿਸੇ ਇੱਕ ਇਲਾਕੇ ਦੇ ਵਿੱਚ ਬੜੀਆਂ ਸਾਂਝੀਆਂ ਹੁੰਦੀਆਂ ਨੇ, ਇੱਕੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ, ਪਰ ਕੋਈ ਚੀਜ਼ ਇੱਕ ਪਿੰਡ ਦੇ ਵਿੱਚ ਹੀ ਸਿਰਫ ਹੋ ਰਹੀ ਹੁੰਦੀ ਹੈ, ਉਸਨੂੰ ਪੈਗਨ ਰਿਲੀਜਨ ਦੇ ਨਾਲ ਜੋੜ ਦਿੰਦੇ ਆ। ਉਹ ਬਿਲਕੁਲ ਹੀ ਸਥਾਨਕ ਜਿਹੜੀ ਚੀਜ਼ ਹੁੰਦੀ ਹੈ, ਜਦੋਂ ਧਰਮ ਦਾ ਬਿਲਕੁਲ ਕੋਈ ਸਥਾਨਕ ਰੂਪ ਆ ਜਾਵੇ ਤਾਂ ਉਹਨੂੰ ਪੈਗਨ ਰਿਲੀਜਨ ਦੇ ਰੂਪ ਦੇ ਵਿੱਚ ਅਸੀਂ ਪਰਿਭਾਸ਼ਿਤ ਕਰਦੇ ਹਾਂ। ਤਾਂ ਜਿੱਥੇ ਵੀ ਕਿਤੇ ਧਾਰਮਿਕ ਕਿਰਿਆਵਾਂ ਹੋ ਰਹੀਆਂ ਹੁੰਦੀਆਂ ਨੇ, ਬੁਨਿਆਦੀ ਤੌਰ ਤੇ ਜਿਹੜਾ ਭਾਰਤੀ ਮਨੁੱਖ ਹੈ ਉਹਨੂੰ ਅਸੀਂ ਕਹਿੰਦੇ ਹਾਂ ਕਿ ਇਸ ਦੀਆਂ ਜਿਹੜੀਆਂ ਬਿਰਤੀਆਂ ਨੇ ਉਹਨਾਂ ਦੇ ਵਿੱਚ ਧਾਰਮਿਕਤਾ ਜਿਹੜੀ ਹੈਗੀ ਆ ਉਹ ਕਾਫੀ ਭਾਰੂ ਹੁੰਦੀ ਹੈ। ਪਰ ਇਹ ਧਾਰਮਿਕਤਾ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਹੈ। ਇਹ ਧਾਰਮਿਕਤਾ ਮਹਿਜ ਵਿਸ਼ਿਸ਼ਟ ਧਰਮ ਵਾਲੀ ਧਾਰਮਿਕਤਾ ਨਹੀਂ ਹੁੰਦੀ। ਤੇ ਕੁਝ ਸਾਡੇ ਵਿਦਵਾਨ ਜਿਨ੍ਹਾਂ ਚੋਂ ਈਸ਼ਵਰ ਦਿਆਲ ਗੌੜ ਵਿਸ਼ੇਸ਼ ਤੌਰ ਤੇ ਜਿਨ੍ਹਾਂ ਦਾ ਨਾਮ ਲੈ ਸਕਦੇ ਹਾਂ, ਉਹ ਤਾਂ ਰਿਲੀਜਨ ਤੇ ਰਿਲੀਜੀਓਸਿਟੀ ਦੇ ਵਿੱਚ ਵੀ ਅੰਤਰ ਕਰਦੇ ਨੇ ਕਿ ਰਿਲੀਜਨ ਜਿਹੜਾ ਹੈਗਾ ਉਹ ਇੱਕ ਸੀਮਤ ਤਰ੍ਹਾਂ ਦੀ ਧਾਰਮਿਕਤਾ ਦਾ ਵਿਧਾਨ ਹੁੰਦਾ, ਪਰ ਜਿਹੜੀ ਧਾਰਮਿਕਤਾ ਹੁੰਦੀ ਹੈ ਉਸ ਦੀਆਂ ਸੀਮਾਵਾਂ ਜਿਹੜੀਆਂ ਨੇ ਉਹ ਧਰਮ ਤੋਂ ਲੰਘ ਕੇ ਅੱਗੇ ਵੀ ਜਾਂਦੀਆਂ ਨੇ ਹਨਾ। ਤਾਂ ਇੱਕ ਧਰਮ ਤੱਕ ਉਹ ਸੀਮਤ ਨਹੀਂ ਰਹਿੰਦੀਆਂ। ਤੇ ਜਦੋਂ ਅਸੀਂ ਪੰਜਾਬੀ ਲੋਕਾਂ ਦੇ ਧਰਮ ਦੀ ਜਿਹੜੀ ਦੇਖਦੇ ਹਾਂ ਸਥਿਤੀ, ਉਹਦੇ ਵਿੱਚ ਵੀ ਜਿਹੜੀ ਰਿਲੀਜੀਓਸਿਟੀ ਹੈ ਉਹ ਤਾਂ ਪੰਜਾਬੀ ਲੋਕਾਂ ਦੇ ਖੂਨ ਦੇ ਵਿੱਚ, ਉਹਨਾਂ ਦੇ ਵਤੀਰੇ ਦੇ ਵਿੱਚ ਇੱਕ ਤਰ੍ਹਾਂ ਨਾਲ ਸ਼ਾਮਿਲ ਹੈ। ਪਰ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਲੋਕ ਇੱਕ ਵਿਸ਼ੇਸ਼ ਧਰਮ ਨਾਲ ਜੁੜੇ ਹੋਏ ਸਿੱਖ ਜਾਂ ਹਿੰਦੂ ਨੇ, ਜਦੋਂ ਅਸੀਂ ਉਹਨਾਂ ਦੇ ਵਤੀਰੇ ਨੂੰ ਦੇਖਾਂਗੇ ਤਾਂ ਇਹ ਗੱਲ ਬਹੁਤੀ ਜਿਹੜੀ ਹੈਗੀ ਆ ਉਹ ਤੱਥਗਤ ਰੂਪ ਦੇ ਵਿੱਚ ਸਹੀ ਸਾਬਤ ਨਹੀਂ ਹੁੰਦੀ, ਕਿਉਂਕਿ ਪੰਜਾਬੀ ਲੋਕਾਂ ਦੀ ਜਿਹੜੀ ਰਿਲੀਜੀਓਸਿਟੀ ਆ ਉਹ ਆਪਣੇ ਵਿਸ਼ੇਸ਼ ਧਰਮ ਦੀਆਂ, ਆਪਣੇ ਅਧਿਕਾਰਕ ਜਾਂ ਆਫੀਸ਼ੀਅਲ ਧਰਮ ਦੀਆਂ ਹੱਦਬੰਦੀਆਂ ਨੂੰ ਉਲੰਘ ਜਾਂਦੀ ਹੈ, ਉਹ ਹੋਰਾਂ ਚੀਜ਼ਾਂ ਦੇ ਵਿੱਚ ਵੀ ਸ਼ਾਮਿਲ ਹੋ ਜਾਂਦੀ ਹੈ। ਤੇ ਇਸ ਗੱਲ ਨੂੰ ਸ਼ਾਇਦ ਅਸੀਂ ਪੰਜਾਬੀ ਲੋਕਾਂ ਤੋਂ ਅੱਗੇ ਵੀ ਲੈ ਕੇ ਜਾ ਸਕਦੇ ਹਾਂ। ਭਾਰਤ ਦੇ ਵਿੱਚ ਵੀ ਲੋਕ ਇੱਕ ਦੂਜੇ ਦੀਆਂ ਮਾਨਤਾਵਾਂ ਜਿਹੜੀਆਂ ਨੇ, ਦੂਜੇ ਧਰਮਾਂ ਦੀਆਂ ਮਾਨਤਾਵਾਂ ਕਿਸੇ ਇੱਕ ਧਰਮ ਦੇ ਵਿੱਚ ਉਹ ਜਿਹੜੀਆਂ ਨੇ ਉਹ ਪ੍ਰਚਲਿਤ ਹੁੰਦੀਆਂ ਨੇ। ਇੱਥੋਂ ਤੱਕ ਕਿ ਤਿਉਹਾਰਾਂ ਨੂੰ ਵੀ ਅਸੀਂ ਆਪਣੇ ਮੁਤਾਬਕ ਢਾਲ ਲੈਂਦੇ ਹਾਂ। ਬਹੁਤ ਸਾਰੇ ਇਹੋ ਜਿਹੇ ਤਿਉਹਾਰ ਹੁੰਦੇ ਨੇ ਜਿਨ੍ਹਾਂ ਦੀਆਂ ਜੜ੍ਹਾਂ ਕਿਸੇ ਹੋਰ ਧਰਮ ਦੀਆਂ ਕਿਰਿਆਵਾਂ ਦੇ ਵਿੱਚ ਹੁੰਦੀ ਆ, ਪਰ ਉਹਨਾਂ ਨੂੰ ਅਸੀਂ ਹੌਲੀ ਹੌਲੀ ਆਪਣੇ ਧਰਮ ਦੇ ਮੁਤਾਬਕ ਕੋਈ ਨਾ ਕੋਈ ਘਟਨਾ ਉਸ ਦੇ ਨਾਲ ਜੋੜ ਕੇ ਉਸ ਦਾ ਇੱਕ ਤਰ੍ਹਾਂ ਨਾਲ ਵਿਸ਼ੇਸ਼ੀਕਰਨ ਕਰ ਦਿੰਦੇ ਆ, ਜਿਹੜੀ ਕਿ ਕਿਤੋਂ ਹੋਰੋਂ ਚੀਜ਼ ਆ ਰਹੀ ਹੁੰਦੀ ਆ। ਇਹ ਅਗਲਾ ਗਹਿਰਾ ਵਿਸ਼ਾ ਜਿਹੜਾ ਕਿ ਆਪਾਂ ਕਦੇ ਫੇਰ ਕਰਾਂਗੇ। ਹੁਣ ਅਸੀਂ ਜਦੋਂ ਬਾਜ਼ੀਗਰ ਕਬੀਲੇ ਦੀਆਂ ਧਾਰਮਿਕ ਕਿਰਿਆਵਾਂ ਨੂੰ ਦੇਖਦੇ ਹਾਂ ਤਾਂ ਉਹਨਾਂ ਦੀਆਂ ਧਾਰਮਿਕ ਕਿਰਿਆਵਾਂ ਦੇ ਵਿੱਚ ਵੀ ਇਹ ਚੀਜ਼ਾਂ ਸ਼ਾਮਿਲ ਨੇ। ਉਹਨਾਂ ਦੇ ਵਿੱਚ ਆਪਣਾ ਜਿਹੜਾ ਵੱਖਰਾ ਧਾਰਮਿਕ ਵਤੀਰਾ ਹੈਗਾ, ਆਪਣੇ ਵੱਖਰੇ ਸੰਤ ਮਹਾਤਮਾ ਤੇ ਪੁਰਖੇ ਨੇ, ਭਗਤ ਨੇ, ਉਹਨਾਂ ਦੀ ਸਥਿਤੀ ਜਿਹੜੀ ਹੈਗੀ ਵੱਖਰੀ ਆ, ਤੇ ਉਹਨਾਂ ਦਾ ਫੈਲਾਓ ਵੀ
ਮੁਕਾਬਲਤਨ ਜ਼ਿਆਦਾ ਹੈ। ਪਰ ਜਿਹੜੀਆਂ ਆਲੇ ਦੁਆਲੇ ਪੰਜਾਬ ਦੇ ਵਿੱਚ ਜਿਵੇਂ ਪੀਰਾਂ ਦੀ ਮਾਨਤਾ ਪੰਜਾਬ ਦੇ ਵਿੱਚ ਤਮਾਮ ਲੋਕ ਕਰਦੇ ਨੇ, ਭਾਵੇਂ ਉਹ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਲੋਕ ਹੋਣ, ਤਾਂ ਉਹ ਬਾਜ਼ੀਗਰਾਂ ਦੇ ਵਿੱਚ ਵੀ ਉਸ ਤਰ੍ਹਾਂ ਦੀ ਮਾਨਤਾ ਹੈਗੀ ਆ। ਇਸੇ ਤਰੀਕੇ ਨਾਲ ਦੇਵੀ ਦੇਵਤਿਆਂ ਦੀ ਜਿਹੜੀ ਆਰਾਧਨਾ ਹੈਗੀ ਆ, ਪੂਜਾ ਆਰਾਧਨਾ, ਉਹ ਵੀ ਹੈਗੀ ਆ। ਪਰ ਜਦੋਂ ਅਸੀਂ ਜਿਹੜੀ ਦੇਵੀ ਦੇਵਤੇ ਨੇ, ਸਮਝ ਲਓ ਕਿ ਇਹ ਅਸੀਂ ਆਮ ਕਰਕੇ ਦੇਵੀ ਦੇਵਤਿਆਂ ਨੂੰ ਸਾਰਿਆਂ ਨੂੰ ਹਿੰਦੂ ਧਰਮ ਦੇ ਨਾਲ ਨੱਥੀ ਕਰ ਦਿੰਦੇ ਆ ਕਿ ਹਿੰਦੂ ਧਰਮ ਦੇ ਨਾਲ ਸੰਬੰਧਿਤ ਨੇ, ਤੇ ਹਿੰਦੂ ਧਰਮ ਨੂੰ ਅਸੀਂ ਮੋਨੋਲਿਥਿਕ ਕਿਸਮ ਦੀ ਚੀਜ਼ ਬਣਾ ਲੈਂਦੇ ਹਾਂ, ਜਦਕਿ ਹਿੰਦੂ ਧਰਮ ਬਿਲਕੁਲ ਮੋਨੋਲਿਥਿਕ ਕਿਸਮ ਦੀ ਚੀਜ਼ ਨਹੀਂ ਹੈਗਾ। ਜਦੋਂ ਅਸੀਂ ਭਾਰਤ ਦੇ ਵਿੱਚ ਜਿਹੜੀਆਂ ਚੀਜ਼ਾਂ ਹਿੰਦੂ ਧਰਮ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਨੇ, ਜਦੋਂ ਉਹਨਾਂ ਨੂੰ ਅਸੀਂ ਦੇਖਦੇ ਹਾਂ ਤਾਂ ਬੜੀ ਰੌਚਕ ਸਥਿਤੀ ਇਹ ਆ ਕਿ ਜਿਹੜਾ ਕਿਸੇ ਇੱਕ ਥਾਂ ਦੇ ਉੱਪਰ ਖਲਨਾਇਕ ਹੈ, ਉਹ ਦੂਸਰੀ ਥਾਂ ਦੇ ਉੱਪਰ ਦੇਵਤਾ ਹੈ। ਜਿਹੜਾ ਇੱਕ ਥਾਂ ਦੇ ਉੱਪਰ ਰਾਖਸ਼ ਹੈ, ਉਹ ਦੂਸਰੀ ਥਾਂ ਦੇ ਉੱਪਰ ਦੇਵਤਾ ਹੈ। ਜਿਹੜਾ ਇੱਕ ਥਾਂ ਦੇ ਉੱਪਰ ਅਸੁਰ ਹੈ, ਦੂਸਰੀ ਥਾਂ ਦੇ ਉੱਪਰ ਉਸ ਦੀ ਪੂਜਾ ਹੁੰਦੀ ਹੈ। ਜੇ ਇਹਦਾ ਬਹੁਤ ਹੀ ਪ੍ਰਤੱਖ ਪ੍ਰਮਾਣ ਲੈਣਾ ਹੋਵੇ ਤਾਂ ਉਹ ਰਾਮ ਤੇ ਰਾਵਣ ਨੇ। ਤੇ ਰਾਮ ਜਿਹੜਾ ਹੈਗਾ ਉੱਤਰ ਭਾਰਤ ਦੇ ਵਿੱਚ ਦੇਵਤਾ ਹੈ, ਤੇ ਦੱਖਣ ਦੇ ਵਿੱਚ ਰਾਵਣ ਦੇਵਤਾ ਹੈ। ਤੇ ਉੱਥੇ ਰਾਵਣ ਦੀ ਜਿਹੜੀ ਉਸੇ ਤਰ੍ਹਾਂ ਨਾਲ ਮਾਨਤਾ ਹੈ ਜਿਸ ਤਰ੍ਹਾਂ ਨਾਲ ਅਸੀਂ ਰਾਮ ਦੀ ਕਰਦੇ ਹਾਂ। ਤੇ ਉੱਤਰ ਭਾਰਤ ਦੇ ਵਿੱਚ ਵੀ ਕਿਤੇ ਕਿਤੇ ਰਾਵਣ ਦੀ ਯਾਦਗਾਰ ਜਾਂ ਮੰਦਿਰ ਵੀ ਹੈਗੇ ਨੇ। ਤੇ ਉੱਥੇ ਫਿਰ ਦੁਸ਼ਹਿਰੇ ਵਾਲੇ ਦਿਨ ਰਾਵਣ ਦਾ ਪੁਤਲਾ ਸਾੜਨ ਦੀ ਕੋਈ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਨਹੀਂ ਗੀ। ਦੱਖਣ ਦੇ ਵਿੱਚ ਤਾਂ ਤੁਸੀਂ ਪੁਤਲਾ ਸਾੜ ਨਹੀਂ ਸਕਦੇ। ਰਾਵਣ ਦਾ ਪੁਤਲਾ ਸਾੜਨ ਦਾ ਮਤਲਬ ਹੈਗਾ ਉੱਥੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ। ਇੱਕੋ ਭਾਰਤ ਦੇ ਵਿੱਚ ਹੋ ਰਿਹਾ, ਇੱਕ ਭਾਰਤ ਦੇ ਵਿੱਚ ਰਾਵਣ ਦੇ ਪੁਤਲੇ ਸਾੜੇ ਜਾ ਰਹੇ ਨੇ, ਤੇ ਉਸੇ ਭਾਰਤ ਦੇ ਵਿੱਚ ਉਸਦੇ ਪੁਤਲੇ ਸਾੜਨ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਇਹਦਾ ਮਤਲਬ ਧਾਰਮਿਕ ਭਾਵਨਾਵਾਂ ਇੱਕੋ ਵਰਗੀਆਂ ਨਹੀਂ ਹੈਗੀਆਂ, ਤੇ ਉਹ ਸਾਰੇ ਹਿੰਦੂ ਨੇ, ਹਨਾ। ਰਾਵਣ ਦੇ ਜਿਹੜੇ ਦੱਖਣ ਭਾਰਤ ਦੇ ਲੋਕ ਨੇ ਉਹ ਵੀ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਵਜੋਂ ਮਾਨਤਾ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਦੇਵੀਆਂ ਦੀਆਂ ਕਹਾਣੀਆਂ ਪੜ੍ਹਦੇ ਹਾਂ ਤਾਂ ਜਿੰਨੇ ਵੀ ਦੇਵੀਆਂ ਦੇ ਸਮਝ ਲਓ ਕਿ ਕਹਾਣੀਆਂ ਦੇ ਵਿੱਚ ਕੋਈ ਖਲਨਾਇਕ ਨੇ, ਉਹ ਕਿਸੇ ਨਾ ਕਿਸੇ ਪੱਧਰ ਦੇ ਉੱਪਰ ਕਿਸੇ ਇੱਕ ਇਲਾਕੇ ਦੇ ਵਿੱਚ ਕਿਸੇ ਇੱਕ ਥਾਂ ਦੇ ਉੱਪਰ ਉਹਨਾਂ ਨੂੰ ਦੇਵਤਿਆਂ ਦੇ ਵਜੋਂ ਉਹਨਾਂ ਦੀ ਮਾਨਤਾ ਮਿਲਦੀ ਹੈ। ਤਾਂ ਕਈ ਵਾਰ ਤਾਂ ਕੋਈ ਖਲਨਾਇਕ ਜਿਹੜਾ ਹੈਗਾ ਉਹ ਦੇਵੀ ਦੁਆਰਾ ਵੱਧ ਕੀਤੇ ਜਾਣ ਤੋਂ ਬਾਅਦ ਵੀ ਉਹਦਾ ਦੈਵੀਕਰਨ ਹੋ ਜਾਂਦਾ, ਵੀ ਦੇਵੀ ਨੇ ਉਹਦਾ ਵੱਧ ਕਰਤਾ, ਇਸ ਤੋਂ ਬਾਅਦ ਹੁਣ ਉਹ ਦੈਵੀ ਹੋ ਗਿਆ। ਤਾਂ ਇਸ ਕਰਕੇ ਹਿੰਦੂ ਧਰਮ ਕੋ ਉਸ ਤਰ੍ਹਾਂ ਦੀ ਮੋਨੋਲਿਥਿਕ ਚੀਜ਼ ਨਹੀਂ ਹੈਗੀ ਕਿ ਅਸੀਂ ਕਹਿ ਸਕਦੇ ਹੋਈਏ ਕਿ ਇਹ ਗੱਲ ਹਿੰਦੂ ਧਰਮ ਨਾਲ ਸੰਬੰਧਿਤ ਹੈ। ਜਿਵੇਂ ਕਿ ਮੋਹਨ ਤਿਆਗੀ ਹੋਰਾਂ ਨੇ ਇਸ ਦੇ ਵਿੱਚ ਜਿਹੜੀਆਂ ਦੇਵੀਆਂ ਦੀ ਗੱਲ ਕੀਤੀ ਆ, ਉਸ ਨੂੰ ਹਿੰਦੂ ਧਰਮ ਨਾਲ ਜੋੜ ਕੇ ਗੱਲ ਕੀਤੀ ਹੈ ਕਿ ਜਿੰਨੀਆਂ ਦੇਵੀਆਂ ਨੇ, ਵਿਸ਼ੇਸ਼ ਕਰਕੇ ਨੈਣਾ ਦੇਵੀ, ਕਾਲੀ ਦੇਵੀ, ਜਵਾਲਾ ਦੇਵੀ, ਹਨਾ, ਇਹਨਾਂ ਦੇਵੀਆਂ ਦੀ ਮਾਨਤਾ ਬਾਜ਼ੀਗਰ ਕਬੀਲੇ ਦੇ ਵਿੱਚ ਕੀਤੀ ਜਾਂਦੀ ਹੈ। ਤੇ ਇਹ ਦੇਵੀਆਂ ਵੀ ਇਹ ਕਹਿ ਲਓ ਕਿ ਇਹ ਵੀ ਜਿਹੜੀ ਹਿੰਦੂ ਧਰਮ ਦੀ ਮੋਨੋਲਿਥਿਕਤਾ ਹੈਗੀ ਆ, ਉਹਨੂੰ ਮੋਨੋਲਿਥਿਕ ਨੂੰ ਕਹਿ ਸਕਦੇ ਹਾਂ ਕਿ ਇਹ ਕੋਈ ਇੱਕ ਇਕਹਿਰਾ ਪੱਥਰ ਨਹੀਂ ਹੈਗਾ। ਲਿਥਿਕ ਸ਼ਬਦ ਵੈਸੇ ਉਹ ਪੱਥਰ ਤੋਂ ਜਾਂ ਉਹਨਾਂ ਅਵਸ਼ੇਸ਼ਾਂ ਤੋਂ ਆਉਂਦਾ, ਤਾਂ ਇਹ ਕੋਈ ਇਕਹਿਰੀ ਕੋਈ ਹੈ ਜੀ ਮੂਰਤੀ ਨਹੀਂ ਹੈ ਜਿਸ ਨੂੰ ਅਸੀਂ ਕਹਿ ਸਕਦੇ ਹੋਈਏ ਕਿ ਇਹਦੇ ਵਿੱਚ ਸਾਰਾ ਕੁਝ ਜਿਹੜਾ ਹੈਗਾ ਉਹ ਇੱਕੋ ਵਰਗਾ ਹੈ ਨਾ। ਤਾਂ ਦੇਵੀਆਂ ਦੀ ਮਾਨਤਾ, ਦੇਵੀਆਂ ਦੀ ਈਵਨ ਜਿਹੜਾ ਪ੍ਰਸਾਦ ਹੈ, ਹੁਣ ਹਿੰਦੂ ਧਰਮ ਦੇ ਵਿੱਚ ਇੱਕ ਜਿਹੜਾ ਵਿਸ਼ਨੂੰ ਜਾਂ ਵੈਸ਼ਨਵ ਕਹਿੰਦੇ ਨੇ, ਵੈਸ਼ਨਵ ਤਾਂ ਸ਼ਰਾਬ ਤੇ ਮੀਟ ਦੇ ਨੇੜੇ ਨਹੀਂ ਲੱਗਦਾ, ਹੈ ਨਾ, ਸ਼ਰਾਬ ਤੇ ਮਾਸ ਨੂੰ ਬਿਲਕੁਲ ਹੀ ਪ੍ਰਵਾਨ ਨਹੀਂ ਕਰਦਾ। ਤੇ ਕਾਲੀ ਦੇਵੀ ਦੇ ਮੰਦਿਰ ਦੇ ਉੱਪਰ ਸ਼ਰਾਬ ਦਾ ਪ੍ਰਸਾਦ ਚੜ੍ਹਦਾ, ਹੈ ਨਾ, ਤੇ ਕਈ ਥਾਵਾਂ ਦੇ ਉੱਪਰ ਬਲੀ ਚੜ੍ਹਦੀ ਆ, ਹੈ ਨਾ, ਬੱਕਰੇ ਦੀ ਬਲੀ ਅਕਸਰ ਹੀ ਦਿੱਤੀ ਜਾਂਦੀ ਆ, ਹੈ ਨਾ। ਤੇ ਜਿੱਥੇ ਬਲੀ ਚੜ੍ਹਦੀ ਆ ਤਾਂ ਉੱਥੇ ਦਾ ਮਤਲਬ ਮਾਸਾਹਾਰ ਜਿਹੜਾ ਹੈਗਾ ਉਹਨਾਂ ਦੇ ਵਤੀਰੇ ਦਾ ਹਿੱਸਾ ਬਣ ਗਿਆ। ਤਾਂ ਇਸ ਰੂਪ ਦੇ ਵਿੱਚ ਜਦੋਂ ਦੇਵੀਆਂ ਦੀ ਅਸੀਂ ਜਿਹੜੀ ਸਥਿਤੀ ਦੇਖਦੇ ਹਾਂ ਤਾਂ ਦੇਵੀਆਂ ਦੀ ਸਥਿਤੀ ਪੂਰਵ ਆਰੀਆਈ ਸਥਿਤੀ ਬਣ ਜਾਂਦੀ ਹੈ। ਦੇਵੀ ਦੀ ਮਾਨਤਾ ਜਿਹੜੀ ਹੈਗੀ ਆ ਉਸਨੂੰ ਪੂਰਵ ਆਰੀਆਈ ਮਾਨਤਾਵਾਂ ਦੇ ਰੂਪ ਦੇ ਵਿੱਚ ਮੰਨਿਆ ਜਾਂਦਾ। ਤੇ ਜਦੋਂ ਅਸੀਂ ਦਿਆਨੰਦ ਸਰਸਵਤੀ ਦੀਆਂ ਮਾਨਤਾਵਾਂ ਦੀ ਗੱਲ ਕਰਦੇ ਹਾਂ, ਜਦੋਂ ਉਹ ਸਨਾਤਨ ਹਿੰਦੂ ਧਰਮ ਨੂੰ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਿਹੜਾ ਉਹਨਾਂ ਨੇ ਵਿਧਾਨ ਬਣਾਇਆ, ਉਹਨਾਂ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਇੱਕ ਤਰ੍ਹਾਂ ਨਾਲ ਉਹਨਾਂ ਨੇ ਕਿਹਾ ਕਿ ਡੇਵੀਏਸ਼ਨਸ ਨੇ, ਇਹ ਕੁਰਾਹ ਨੇ, ਲੋਕ ਕੁਰਾਹੇ ਪਏ ਹੋਏ ਨੇ ਜਿਹੜੇ ਇਹਨਾਂ ਮਾਨਤਾਵਾਂ ਨੂੰ ਮੰਨਦੇ ਨੇ। ਉਹਨਾਂ ਨੇ ਬਹੁਤ ਸਾਰੀਆਂ ਹਿੰਦੂ ਧਰਮ ਦੇ ਵਿੱਚ ਚੱਲਦੀਆਂ ਰਿਵਾਇਤਾਂ ਰੀਤਾਂ ਨੂੰ ਵੀ ਕੁਰਾਹੀਆਂ ਦੇ ਰੂਪ ਦੇ ਵਿੱਚ, ਇੱਕ ਤਰ੍ਹਾਂ ਨਾਲ ਕੁਰਾਹਾਂ ਦੇ ਰੂਪ ਦੇ ਵਿੱਚ ਉਹਨਾਂ ਨੇ ਮਾਨਤਾ ਦਿੱਤੀ। ਤਾਂ ਇਸ ਤਰ੍ਹਾਂ ਨਾਲ ਜੋ ਬਾਜ਼ੀਗਰ ਕਬੀਲੇ ਦੇ ਵਿੱਚ ਦੇਵੀ ਦੇਵਤਿਆਂ ਦੀ ਆਰਾਧਨਾ ਹੋ ਰਹੀ ਹੈ, ਦੇਵੀਆਂ ਤਾਂ ਇਹ ਨੇ ਸਾਰੀਆਂ, ਹੈ ਨਾ, ਜਿਹਦੇ ਵਿੱਚ ਕਾਲੀ ਦੇਵੀ ਆ, ਜਿਹਦੇ ਵਿੱਚ ਜਵਾਲਾ ਦੇਵੀ ਆ, ਜਿਹਦੇ ਵਿੱਚ ਨੈਣਾ ਦੇਵੀ ਆ, ਇੱਕ ਹੋਰ ਜਿਹੜੀ ਇੱਛਰ ਕੁੰਡੇ ਨਾਮ ਦੀ ਦੇਵੀ ਦੀ ਗੱਲ ਉਹਨਾਂ ਨੇ ਕੀਤੀ ਹੋਈ ਆ। ਇਹ ਥੋੜੀ ਜੀ
ਉੱਤਰ ਭਾਰਤ ਦੇ ਵਿੱਚ ਹੋਰ ਜਿਹੜੇ ਲੋਕ ਦੇਵੀਆਂ ਨੂੰ ਮੰਨਦੇ ਨੇ ਉਹਨਾਂ ਤੋਂ ਇਹ ਵੱਖਰੀ ਦੇਵੀ ਹੈ, ਤੇ ਇਸ ਦੀ ਮਾਨਤਾ ਹੋਰਾਂ ਦੇ ਤੁਲਨਾ ਦੇ ਵਿੱਚ ਮੁਕਾਬਲਤਨ ਵੱਧ ਕੀਤੀ ਜਾਂਦੀ ਹੈ ਇੱਛਰ ਕੁੰਡੋ ਦੀ ਮਾਨਤਾ। ਤੇ ਦੇਵੀਆਂ ਤੋਂ ਅਸੀਂ ਸਾਰੇ ਸੁੱਖਾਂ ਸੁੱਖਦੇ ਹਾਂ, ਹੈਨਾ। ਜਿਹੜੀ ਹੈਗੀ ਆ ਇੱਛਰ ਕੁੰਡੋ ਨੂੰ ਖਾਸ ਤੌਰ ਤੇ ਔਲਾਦ ਦਾ ਵਰ ਦੇਣ ਲਈ ਉਸ ਨੂੰ ਇੱਕ ਤਰ੍ਹਾਂ ਨਾਲ ਉਹਦੀ ਪੂਜਾ ਅਰਚਨਾ ਕੀਤੀ ਜਾਂਦੀ ਆ। ਤੇ ਜਦੋਂ ਔਲਾਦ ਪੈਦਾ ਹੁੰਦੀ ਹੈ ਤੇ ਔਲਾਦ ਦਾ ਨਾਮ ਵੀ ਫਿਰ ਜੇ ਉਹਦੀ ਸੁੱਖ ਸੁੱਖਣ ਨਾਲ ਨਾ ਔਲਾਦ ਪੈਦਾ ਹੋਈ ਹੈ ਤਾਂ ਉਹਦਾ ਨਾਮ ਵੀ ਫਿਰ ਇੱਛਰਾਂ ਨਾਮ ਦੇ ਨੇੜੇ ਤੇੜੇ ਕਿਤੇ ਰੱਖਿਆ ਜਾਂਦਾ। ਹੁਣ ਇੱਛਰਾਂ ਨੂੰ ਆਪਾਂ ਸੋਚ ਸਕਦੇ ਹਾਂ ਕਿ ਇੱਛਰਾਂ ਦਾ ਸਾਡਾ ਜਿਹੜਾ ਰੈਫਰੈਂਸ ਹੈ, ਸਾਡਾ ਹਵਾਲਾ ਉਹ ਪੂਰਨ ਭਗਤ ਦੀ ਕਹਾਣੀ ਦੇ ਵਿੱਚ ਵੀ ਪਿਆ, ਤਾਂ ਉਸ ਨੂੰ ਕੀ ਉਸੇ ਦੇ ਨਾਲ ਕੋਈ ਦੇਵੀਕਰਨ ਜੁੜਦਾ ਹੈ ਆਪਣੇ ਆਪ ਦੇ ਵਿੱਚ, ਵੱਖਰਾ ਸਵਾਲ ਹੈ। ਤੇ ਜਿਹੜੀ ਕਾਲੀ ਦੇਵੀ ਨੂੰ ਸੰਕਟ ਦੇ ਸਮੇਂ ਪੂਜਿਆ ਜਾਂਦਾ ਹੈ ਨਾ, ਤਾਂ ਉਹਦੇ ਮੰਦਿਰ ਦੇ ਉੱਥੇ ਇੱਛਾ ਪੂਰੀ ਹੋਣ ਦੇ ਸੂਰਤ ਦੇ ਵਿੱਚ ਮੰਦਿਰ ਤੇ ਕਾਲਾ ਬੱਕਰਾ ਜਿਹੜਾ ਹੈਗਾ ਉਹ ਚੜਾਇਆ ਜਾਂਦਾ। ਤੇ ਇਸ ਤਰ੍ਹਾਂ ਨਾਲ ਦੇਵੀਆਂ ਦੀ ਆਰਾਧਨਾ ਹੁੰਦੀ ਹੈ। ਤੇ ਜਿਹੜੇ ਦੇਵਤੇ ਪੂਜੇ ਜਾਂਦੇ ਨੇ ਉਹ ਸ਼ਿਵ ਤੇ ਕ੍ਰਿਸ਼ਨ ਨੇ। ਇਹ ਵੀ ਉਵੇਂ ਹੀ ਫਿਰ ਅਣਆਰੀਆਈ ਦੇਵਤੇ ਨੇ, ਹੈ ਨਾ। ਜਿਹੜੀ ਅੰਡਰਲਾਈਨ ਕਰਨ ਵਾਲੀ ਗੱਲ ਹੈ ਕਿ ਜਿਹੜੇ ਦੇਵੀ ਦੇਵਤੇ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਦੇ ਵਿੱਚ ਸ਼ਾਮਿਲ ਮੰਨੇ ਗਏ ਨੇ, ਉਹਨਾਂ ਦੇ ਵਿੱਚੋਂ ਜਿਨ੍ਹਾਂ ਨੂੰ ਬਾਜ਼ੀਗਰ ਕਬੀਲੇ ਦੇ ਲੋਕ ਮੰਨਦੇ ਨੇ, ਉਹ ਕਬੀਲੇ ਮੁੱਖ ਤੌਰ ਤੇ ਅਨਆਰੀਅਨ ਜਾਂ ਪੂਰਵ ਆਰੀਅਨ ਜਿਹੜੀ ਸਾਡੀ ਵਿਰਾਸਤ ਹੈ, ਧਾਰਮਿਕ ਮਾਨਤਾਵਾਂ ਦੇ ਵਤੀਰੇ ਨੇ, ਇਹ ਉਹਨਾਂ ਨਾਲ ਜੁੜੇ ਹੋਏ ਹੈ ਨਾ। ਕ੍ਰਿਸ਼ਨ ਤੇ ਸ਼ਿਵ ਦੋਵੇਂ ਹੀ ਇਹਨਾਂ ਨੂੰ ਪੂਰਵ ਆਰੀਆਈ ਤੇ ਅਣਆਰੀਆਈ ਦੇਵਤੇ ਮੰਨਿਆ ਜਾਂਦਾ। ਤੇ ਇਹਨਾਂ ਦੀ ਆਰਾਧਨਾ ਜਿਹੜੀ ਚੋਣ ਬੜੀ ਆਪਣੇ ਆਪ ਦੇ ਵਿੱਚ ਬੜੀ ਸਾਫ਼ ਹੈ। ਇਹ ਜਿਹੜੀ ਚੋਣ ਕਰ ਰਹੇ ਨੇ ਬਾਜ਼ੀਗਰ ਕਬੀਲੇ ਦੇ ਲੋਕ, ਉਹ ਚੋਣ ਦਾ ਜਿਹੜਾ ਆਧਾਰ ਹੈਗਾ ਉਹ ਆਰੀਅਨ ਤੇ ਅਣਆਰੀਅਨ ਦਾ ਨਿਖੇੜਾ ਬੜਾ ਸਪਸ਼ਟ ਰੂਪ ਦੇ ਵਿੱਚ ਸਥਾਪਿਤ ਹੋ ਜਾਂਦਾ। ਇਸੇ ਤਰੀਕੇ ਨਾਲ ਜਿਹੜੀ ਪੰਜ ਪੀਰਾਂ ਦੀ ਮਾਨਤਾ ਜਿਹੜੀ ਉਹ ਕੀਤੀ ਜਾਂਦੀ ਆ, ਜਿਹੜਾ ਕੁਝ ਉਹਤੇ ਕੀਤਾ ਜਾਂਦਾ ਹੈ ਉਹ ਮਤਲਬ ਪੰਜ ਪੀਰਾਂ ਦੀ ਮਾਨਤਾ ਜਿਹੜੀ ਹੈਗੀ ਆ ਉਹ ਸਮਾਜ ਦੇ ਵਿੱਚ, ਪੰਜਾਬੀ ਸਮਾਜ ਦੇ ਵਿੱਚ ਇੱਕ ਵਿਆਪਕ ਵਰਤਾਰਾ ਹੈਗਾ। ਪਰ ਜੋ ਕੁਝ ਉੱਥੇ ਕੀਤਾ ਜਾਂਦਾ ਉਹਦੇ ਨਾਲ ਗੱਲਾਂ ਕੁਝ ਜਿਹੜੀਆਂ ਸੰਬੰਧਿਤ ਨੇ ਉਹ ਕੁਝ ਵਖਰੇਵੇਂ ਹੈਗੇ ਨੇ। ਜਿਵੇਂ ਕਬੀਲੇ ਦੇ ਲੋਕ ਜਿਹੜੇ ਲਾਲਾਂ ਵਾਲੇ ਪੀਰ ਦੀਆਂ ਚਾਲਾਂ ਕੱਢਣ ਲਈ ਜਾਂਦੇ ਨੇ, ਤੇ ਚਾਲਾਂ ਕੱਢਣ ਲਈ ਇੱਕ ਨਿਸ਼ਚਿਤ ਥਾਂ ਤੇ ਪੀਰ ਦੇ ਨਾਂ ਦਾ ਇੱਕ ਸੁੱਚਾ ਕੱਪੜਾ ਵਿਛਾ ਲਿਆ ਜਾਂਦਾ, ਤੇ ਔਰਤਾਂ ਇਕੱਠੀਆਂ ਹੋ ਕੇ ਢੋਲ ਦੀ ਤਾਲ ਧਮਾਲ ਤੇ ਇਕੱਠੀਆਂ ਹੋ ਕੇ ਪੰਜ ਪੀਰਾਂ ਦੀਆਂ ਟਾਰਾਂ ਗਾਉਂਦੀਆਂ ਨੇ। ਹੁਣ ਇਹ ਜਿਹੜੀਆਂ ਟਾਰਾਂ ਗਾਉਣੀਆਂ ਹੈ ਨਾ, ਇਹ ਬਾਜ਼ੀਗਰ ਕਬੀਲੇ ਦੀ ਆਪਣੀ ਵੱਖਰਤਾ ਹੈ। ਇਸ ਰਸਮ ਵੇਲੇ ਕਬੀਲੇ ਦੇ ਲੋਕ ਜਿਹੜੇ ਸ਼ਰਧਾ ਅਨੁਸਾਰ ਅਨਾਜ ਤੇ ਜਿਹੜੇ ਪੈਸੇ ਨੇ ਉਹ ਚਾਦਰ ਦੇ ਕੇ ਮੱਥਾ ਟੇਕ ਦਿੰਦੇ ਨੇ, ਤੇ ਪੀਰਾਂ ਦੀ ਮਜ਼ਾਰ ਤੇ ਜਾ ਕੇ ਫਿਰ ਭੰਡਾਰਾ ਕੀਤਾ ਜਾਂਦਾ। ਭੰਡਾਰਾ ਇੱਕ ਕਾਮਨ ਗੱਲ ਹੈ, ਇਹ ਸਾਰੇ ਪੀਰਾਂ ਦੀਆਂ ਮਜ਼ਾਰਾਂ ਦੇ ਉੱਪਰ ਭੰਡਾਰੇ ਹੁੰਦੇ ਨੇ। ਫਿਰ ਬਾਜ਼ੀਗਰ ਕਬੀਲੇ ਦੇ ਡੇਰਿਆਂ ਵਿੱਚ ਹਰ ਸਾਲ ਪੀਰਾਂ ਦਾ ਦਿਨ ਮਨਾਇਆ ਜਾਂਦਾ ਤੇ ਸ਼ਰਧਾ ਨਾਲ ਪੀਰਾਂ ਦੀ 11ਵੀਂ ਦਿੱਤੀ ਜਾਂਦੀ ਹੈ। 11ਵੀਂ ਜਿਹੜੀ ਹੈਗੀ ਆ ਉਹ 11ਵੀਂ ਦਾ ਹੀ ਇੱਕ ਤਰ੍ਹਾਂ ਨਾਲ ਉਪਭਾਸ਼ਾਈ ਭੇਦ ਹੈ, 11ਵੀਂ ਦਿੱਤੀ ਜਾਂਦੀ ਹੈ। ਤੇ ਕਵਾਲ ਜਿਹੜੇ ਉਹ ਕਵਾਲੀ ਰਾਹੀਂ ਪੀਰਾਂ ਦੀ ਉਸਤਤ ਕਰਦੇ ਨੇ, ਇਹ ਇੱਕ ਆਮ ਗੱਲ ਹੈ ਨਾ। ਅਤੇ ਛੜੀਏ ਪੀਰਾਂ ਦੀ ਡੇਰੇ ਵਾਲੀ ਮਜ਼ਾਰ ਤੇ ਜੱਲੀ ਪਾਈ ਜਾਂਦੀ ਹੈ ਨਾ। ਇਹ ਵੀ ਇੱਕ ਤਰ੍ਹਾਂ ਦਾ ਰੂਹਾਨੀ ਨਾਚ ਹੈ ਜਿਹੜਾ ਜੱਲੀ, ਇਹ ਉੱਥੇ ਬਾਜ਼ੀਗਰ ਕਬੀਲੇ ਦੇ ਲੋਕ ਜਿਹੜੇ ਨੇ ਉਹ ਇਸ ਜੱਲੀ ਨਾਚ ਦੇ ਵਿੱਚ ਜਾਂ ਜਿਹੜੇ ਸ਼ਾਮਲ ਹੋਏ ਹੁੰਦੇ ਨੇ ਉਹਨਾਂ ਨੂੰ ਐਂ ਲੱਗਦਾ ਕਿ ਜਿਵੇਂ ਇਹ ਰੱਬ ਨਾਲ ਸਿੱਧੀਆਂ ਗੱਲਾਂ ਕਰ ਰਹੇ ਹੋਣਗੇ। ਤੇ ਭੂਤਾਂ ਪ੍ਰੇਤਾਂ ਦੀਆਂ ਬਿਮਾਰੀਆਂ ਲਈ ਝਾੜੇ ਕੀਤੇ ਜਾਂਦੇ ਨੇ, ਇਹ ਇੱਕ ਆਮ ਸਾਡੀ ਪਰੰਪਰਾ ਦੀ ਗੱਲ ਹੈ। ਤਾਂ ਜਿਹੜਾ ਇਹ ਚੌਂਕੀਆਂ ਭਰਨਾ, ਉੱਥੇ ਉਰਸ ਮਨਾਉਣਾ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਪੀਰਾਂ ਦੇ ਨਾਲ ਜੁੜੀਆਂ ਹੋਈਆਂ ਨੇ। ਤੇ ਪੀਰਾਂ ਨੂੰ ਵੀ ਅਸੀਂ ਅਕਸਰ ਇਸਲਾਮ ਨਾਲ ਜੋੜ ਕੇ ਦੇਖ ਲੈਂਦੇ ਹਾਂ, ਜਦ ਕਿ ਕਿਸੇ ਤਰ੍ਹਾਂ ਦੀ ਕਬਰ ਪੂਜਣ ਨੂੰ ਇਸਲਾਮ ਦੇ ਵਿੱਚ ਚੰਗਾ ਨਹੀਂ ਮੰਨਿਆ ਜਾਂਦਾ। ਇਸਲਾਮ ਦੇ ਵਿੱਚ ਇਹਨੂੰ ਗੈਰ ਇਸਲਾਮਿਕ ਕਿਸਮ ਦੀ ਹਰਕਤ ਮੰਨਿਆ ਜਾਂਦਾ। ਤੇ ਜਿਹੜੀਆਂ ਬਹੁਤ ਸਾਰੀਆਂ ਕਬਰਾਂ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਉੱਪਰ ਮਕਬਰੇ ਬਣੇ ਹੋਏ ਨੇ, ਉਹ ਇਸਲਾਮ ਦੀ ਤੋਂ ਡੇਵੀਏਸ਼ਨ ਵਾਲੀ ਚੀਜ਼ ਹੈ। ਮਕਬਰਾ ਪੂਜਣਾ ਇਸਲਾਮ ਦੇ ਵਿੱਚ ਚੰਗੀ ਚੀਜ਼ ਨਹੀਂ ਹੈਗੀ। ਇਹ ਕਹਿ ਲਓ ਕਿ ਪੂਰਬ ਇਸਲਾਮਿਕ ਤੇ ਅਣ ਇਸਲਾਮਿਕ ਕਿਸਮ ਦੀ ਚੀਜ਼ ਦੇ ਰੂਪ ਦੇ ਵਿੱਚ ਵੀ ਮੰਨਿਆ ਜਾਂਦਾ। ਭਾਵੇਂ ਕਿ ਆਪਾਂ ਜੁੜ ਜਾਂਦਾ ਕਿ ਮਕਬਰਾ ਉੱਥੇ ਹੀ ਬਣੂਗਾ ਜਿੱਥੇ ਬੰਦੇ ਨੂੰ ਇਸਲਾਮ ਦੀ ਰਿਵਾਇਤ ਦੇ ਮੁਤਾਬਕ ਦਫਨ ਕੀਤਾ ਜਾਊਗਾ, ਹੈ ਨਾ। ਮਕਬਰਾ ਤਾਂ ਉੱਥੇ ਹੀ ਬਣਨਾ।
ਹੁਣ ਦਫਨ ਕੀਤਾ ਜਾਊਗਾ, ਇਹ ਉੱਥੋਂ ਆਇਆ ਹੋਇਆ ਜਿਹੜੀ ਸਾਡੀ ਅਰਬ ਦੀ ਵਿਰਾਸਤ ਹੈ। ਤੇ ਜੇ ਇਸ ਨੂੰ ਅਸੀਂ ਇਸ ਤਰ੍ਹਾਂ ਲਈਏ ਕਿ ਜਿਹੜੀ ਅਰਬ ਦੀ ਵਿਰਾਸਤ ਹੈ ਉਸ ਨੂੰ ਇਸਲਾਮ ਨੇ ਆਪਣੇ ਵਿੱਚ ਇਨਕਾਰਪੋਰੇਟ ਕੀਤਾ ਹੋਇਆ। ਦਫਨ ਕਰਨਾ ਇਸਲਾਮਕ ਪ੍ਰੈਕਟਿਸ ਮੂਲ ਰੂਪ ਦੇ ਵਿੱਚ ਕਹੀਏ ਕਿ ਇਸਲਾਮਕ ਪ੍ਰੈਕਟਿਸ ਨਹੀਂ ਹੈਗੀ। ਅਰਬ ਦੇ ਵਿੱਚ ਇਸਲਾਮ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਵੀ ਬੰਦੇ ਨੂੰ ਮਰਨ ਤੋਂ ਬਾਅਦ ਦਫਨ ਹੀ ਕੀਤਾ ਜਾਂਦਾ ਸੀ। ਉਹਨਾਂ ਨੇ ਆਪਣੇ ਸਿਸਟਮ ਦੇ ਵਿੱਚ ਇਸ ਨੂੰ ਲੈ ਲਿਆ। ਤਾਂ ਪੀਰਾਂ ਦੀਆਂ ਮਜ਼ਾਰਾਂ ਦੇ ਉੱਪਰ ਹੈ ਨਾ ਜਿਹੜਾ ਸ਼ਾਮਿਲ ਹੋਣਾ ਹੈਗਾ, ਉਹ ਵੀ ਇੱਕ ਤਰ੍ਹਾਂ ਵਿਸ਼ਿਸ਼ਟ ਇਸਲਾਮਿਕ ਧਰਮ ਤੋਂ ਵੱਖਰੀ ਚੀਜ਼ ਬਣ ਜਾਂਦੀ ਹੈ। ਤਾਂ ਇਸ ਤੋਂ ਅੱਗੇ ਜਿਹੜਾ ਵੇਰਵਾ ਹੈਗਾ, ਜਿਸ ਦੇ ਬਾਰੇ ਆਪਾਂ ਇੱਕ ਪੂਰਾ ਲੈਕਚਰ ਕਰਾਂਗੇ, ਉਹਦਾ ਸਿਰਫ ਮੈਂ ਤੁਹਾਨੂੰ ਉਹਨਾਂ ਦੇ ਕੁਝ ਜਿਹੜੇ ਨਾਮ ਨੇ ਉਹ ਦੱਸ ਦਿੰਦਾ। ਜਿਹੜੇ ਕਬੀਲੇ ਵਿਚਲੇ ਜਿਹੜੇ ਸੰਤਾਂ ਦੇ ਪੁਰਖਿਆਂ ਦੀ ਮਾਨਤਾ ਹੈਗੀ ਆ, ਉਹਨਾਂ ਦੇ ਅਸੀਂ ਨਾਮ ਨੋਟ ਕਰ ਸਕਦੇ ਹਾਂ। ਇਹਦੇ ਵਿੱਚ ਇੱਕ ਤਾਂ ਦੇਸਾਂ ਮਾਈ ਹੈ, ਦੂਸਰਾ ਬਾਬਾ ਹਾਥੀ ਰਾਮ ਹੈ, ਤੀਸਰਾ ਬਾਬੂ ਬੇਪਰਵਾਹ ਹੈ, ਚੌਥਾ ਬਾਬਾ ਈਸ਼ਰ ਗੇਰ ਹੈ, ਪੰਜਵਾਂ ਬਾਬਾ ਫਤਿਹ ਚੰਦ ਹੈ, ਛੇਵਾਂ ਗੋਪਾਲ ਮੰਦਰ ਹਰਿਦੁਆਰ ਦੀ ਪੂਜਾ ਹੈ, ਤੇ ਸੱਤਵਾਂ ਬੀਬੀਆਂ ਦੀ ਕੰਧੂਰੀ ਦੇਣਾ। ਇਹ ਇੱਕ ਰਸਮ ਕੀਤੀ ਜਾਂਦੀ ਆ। ਜਿਹੜੀਆਂ ਸ਼ਹੀਦ ਬੀਬੀਆਂ ਦੀ ਕਹਾਣੀ ਪ੍ਰਚਲਿਤ ਹੈ ਕਿ ਉਹਨਾਂ ਨੇ ਆਪਣੀ ਇੱਜ਼ਤ ਨੂੰ ਬਚਾਉਣ ਲਈ ਸ਼ਹਾਦਤ ਦਿੱਤੀ। ਅਗਲਾ ਹੈਗਾ ਬਾਬਾ ਮੰਗਲਦਾਸ, ਇਸ ਦੀ ਮਾਨਤਾ ਹੈ। ਤੇ ਅਗਲਾ ਹੈ ਸਾਈਂ ਸੋਹਣੇ ਸ਼ਾਹ, ਤੇ ਆਖਰੀ ਇਸ ਸੂਚੀ ਦੇ ਵਿੱਚ ਹੈਗਾ ਸੰਤ ਬਾਬਾ ਲਾਲ। ਹੁਣ ਜਿਹੜੇ ਇਹ ਹੈਗੇ ਨੇ, ਇਹਨਾਂ ਦੇ ਆਪਣੇ ਸਥਾਨਕ ਦੇਵੀ ਦੇਵਤੇ ਨੇ, ਤੇ ਜਾਂ ਇਹ ਕਿ ਸੰਤ ਮਹਾਤਮਾ ਨੇ। ਇਹਨਾਂ ਦੀ ਜਿਹੜੀ ਸਥਿਤੀ ਆ ਉਹ ਬਹੁਤ ਇੱਕ ਤਰ੍ਹਾਂ ਰੌਚਕ ਹੈ। ਇਹਨਾਂ ਦੇ ਵਿੱਚ ਇਤਿਹਾਸਕ ਪਾਤਰ ਵੀ ਸ਼ਾਮਿਲ ਨੇ, ਤੇ ਇਹਨਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਪਾਤਰ ਵੀ ਨੇ, ਜਿਵੇਂ ਦੇਸਾਂ ਮਾਈ ਹੈ, ਉਹ ਵੀ ਇੱਕ ਇਤਿਹਾਸਕ ਪਾਤਰ ਹੈ, ਪਰ ਉਸ ਦਾ ਦੈਵੀਕਰਨ ਕੀਤਾ ਜਾਂਦਾ ਹੈ। ਦੈਵੀਕਰਨ ਕਿ ਉਹ ਇੱਕ ਕਹੀਏ ਕਿ ਜੱਤ ਸੱਤ ਦੀ, ਜਿਸ ਨੇ ਆਪਣੇ ਸਰੀਰ ਨੂੰ ਪਵਿੱਤਰ ਰੱਖਿਆ, ਵਿਆਹ ਵੀ ਹੋਇਆ, ਪਰ ਵਿਆਹ ਦੇ ਵਿੱਚ ਉਸਨੇ ਆਪਣੇ ਪਤੀ ਨੂੰ ਕਹਿਤਾ ਕਿ ਮੈਂ ਸੰਭੋਗ ਜਿਹੜਾ ਹੈਗਾ ਉਹ ਉਸ ਦੇ ਰਿਸ਼ਤੇ ਵਿੱਚ ਨਹੀਂ ਬੱਝਣਾ, ਤੇ ਉਹਦਾ ਆਪਣੇ ਆਪ ਵਿਆਹ ਕੀਤਾ। ਜਿਹੜੀ ਇਹ ਪਵਿੱਤਰਤਾ ਹੈਗੀ ਆ, ਇਸ ਨੂੰ ਵੀ ਇਸ ਦੇ ਵਿੱਚ ਮਾਨਤਾ ਦਿੱਤੀ ਜਾਂਦੀ ਹੈ। ਜਿਹੜੇ ਕਹੀਏ ਕਿ ਸਰੀਰਕ ਤੌਰ ਤੇ ਸ਼ੁੱਧ ਹੋਣਾ, ਇਹ ਕਾਮ ਮਾਨਤਾ ਦੇ ਵਿੱਚ ਸ਼ਾਮਿਲ ਹੈ, ਜਿਹੜਾ ਕਾਮੁਕ ਰਿਸ਼ਤਿਆਂ ਦੇ ਵਿੱਚ ਨਹੀਂ ਬੱਝਦਾ। ਇਹਦੇ ਵਿੱਚ ਉਹੋ ਜਿਹੇ ਸੰਤ ਵੀ ਹੈਗੇ ਨੇ ਜਿਨ੍ਹਾਂ ਨੇ ਇਤਿਹਾਸਕ ਤੌਰ ਤੇ ਕੋਈ ਮਹੱਤਵਪੂਰਨ ਕੰਮ ਕੀਤਾ, ਜਿਹਨੂੰ ਭਾਰਤ ਸਰਕਾਰ ਨੇ ਸਨਮਾਨਿਤ ਵੀ ਕੀਤਾ। ਉਹ ਹੈਗੇ ਇਸ ਤਰ੍ਹਾਂ ਦਾ ਸੰਤ ਜਿਸ ਨੇ ਜਿਹੜਾ ਇਹ ਕਿ ਜਦੋਂ ਪੰਜਾਬ ਦੀ ਵੰਡ ਹੋਈ ਤਾਂ ਉਸ ਸਮੇਂ ਬਹੁਤ ਸਾਰੇ ਬਾਜ਼ੀਗਰ ਪਰਿਵਾਰਾਂ ਨੂੰ, ਕਈ ਪਿੰਡਾਂ ਨੂੰ, 3-4 ਪਿੰਡਾਂ ਨੂੰ ਜਿਹੜਾ ਸੁਰੱਖਿਅਤ ਇਸ ਪਾਸੇ ਵੱਲ ਪਹੁੰਚਾਇਆ, ਹੈ ਨਾ। ਉਹਨਾਂ ਦੀ ਮਦਦ ਕੀਤੀ, ਆਪਣੇ ਸ਼ਾਗਿਰਦਾਂ ਦੇ ਨਾਲ ਉਹਨਾਂ ਦੀ ਮਦਦ ਕੀਤੀ। ਤਾਂ ਇਸ ਤਰ੍ਹਾਂ ਦੀਆਂ ਜਿਨ੍ਹਾਂ ਦੀਆਂ ਸੰਤਾਂ ਮਹਾਤਮਾ ਪੁਰਖਿਆਂ ਦੀ ਜਿਹੜੀ ਮਾਨਤਾ ਕੀਤੀ ਜਾਂਦੀ ਆ, ਇਹਨਾਂ ਦੇ ਵਿੱਚ ਦੰਤ ਕਥਾਵਾਂ ਸ਼ਾਮਿਲ ਨੇ, ਦੰਤ ਕਥਾਈ ਵੇਰਵੇ ਨੇ। ਦਾ ਮਤਲਬ ਇਹ ਪਾਤਰ ਇਤਿਹਾਸਕ ਵੀ ਨੇ, ਤੇ ਇਹਨਾਂ ਦਾ ਦੈਵੀਕਰਨ ਵੀ ਕੀਤਾ ਹੋਇਆ। ਇਹ ਮਹੱਤਵਪੂਰਨ ਜ਼ਿਆਦਾ ਨੇ ਮੇਰੇ ਮੁਤਾਬਕ। ਜੇ ਅਸੀਂ ਬਾਜ਼ੀਗਰ ਕਬੀਲੇ ਦੀਆਂ ਧਾਰਮਿਕ ਮਾਨਤਾਵਾਂ ਨੂੰ ਸਮਝਣਾ ਹੋਵੇ ਤਾਂ ਕਿਹਾ ਜਾ ਸਕਦਾ ਕਿ ਕੁਝ ਚੀਜ਼ਾਂ ਤਾਂ ਉਹਨਾਂ ਦੇ ਉੱਪਰ, ਜਿਹੜੇ ਆਲੇ ਦੁਆਲੇ ਜੋ ਕੁਝ ਹੋ ਰਿਹਾ ਹੈ ਨਾ, ਉਸ ਦਾ ਅਸਰ ਪੈਂਦਾ। ਤੇ ਕੁਝ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ, ਜਿਵੇਂ ਹਰਿਦੁਆਰ ਹੈ, ਹਰਿਦੁਆਰ ਦੇ ਵਿੱਚ ਤਾਂ ਹਰ ਜਿਹੜਾ ਵੀ ਧਾਰਮਿਕ ਆਸਥਾ ਵਾਲਾ ਬੰਦਾ ਹੈ, ਜਿਹੜਾ ਹਿੰਦੁਸਤਾਨ ਦੇ ਵਿੱਚ ਰਹਿੰਦਾ ਹੈ, ਉਸ ਦੀ ਕੋਈ ਨਾ ਕੋਈ ਥਾਂ ਉੱਥੇ ਜ਼ਰੂਰ ਹੁੰਦੀ ਹੈ ਨਾ। ਉੱਥੇ ਗੁਰਦੁਆਰਾ ਵੀ ਹੈਗਾ, ਤੇ ਉੱਥੇ ਫਿਰ ਇਹਨਾਂ ਦਾ ਜਿਹੜਾ ਬਾਜ਼ੀਗਰ ਕਬੀਲਿਆਂ ਨਾਲ ਸੰਬੰਧਿਤ ਲੋਕ ਨੇ, ਉਹਨਾਂ ਦਾ ਵੀ ਉੱਥੇ ਮੰਦਿਰ ਹੈਗਾ, ਹੈ ਨਾ। ਤਾਂ ਜਿਹੜਾ ਗੋਪਾਲ ਦਾ ਮੰਦਿਰ ਹੈ, ਤੇ ਇਸ ਕਰਕੇ ਕੁਝ ਜਿਹੜੀਆਂ ਪੱਕੀਆਂ ਥਾਵਾਂ ਨੇ, ਜਿਵੇਂ ਕੁਰੂਕਸ਼ੇਤਰ ਦੇ ਵਿੱਚ ਮੰਦਿਰ ਦਾ ਹੋਣਾ, ਹੈ ਨਾ। ਤਾਂ ਇਹਨਾਂ ਥਾਵਾਂ ਦੇ ਉੱਪਰ ਜਿੰਨੇ ਵੀ ਤਰ੍ਹਾਂ ਦੇ ਧਾਰਮਿਕ ਸਹੀ ਕਹੀਏ ਕਿ ਪ੍ਰੈਕਟਿਸਿਸ ਜਾਂ ਧਾਰਮਿਕ ਵਖਰੇਵੇਂ ਹਿੰਦੁਸਤਾਨ ਦੇ ਉੱਤਰ ਭਾਰਤ 'ਚ ਮੌਜੂਦ ਨੇ, ਉਹਨਾਂ ਦਾ ਕਿਤੇ ਨਾ ਕਿਤੇ ਕੋਈ ਮਿਲਣ ਬਿੰਦੂ ਵੀ ਹੁੰਦਾ। ਤੇ ਉਹਨਾਂ ਸਾਰੀਆਂ ਥਾਵਾਂ ਦੇ ਉੱਪਰ ਵੱਖ-ਵੱਖ ਧਾਰਮਿਕ ਆਸਥਾਵਾਂ ਵਾਲੇ ਬੰਦਿਆਂ ਦੀ ਇੱਕ ਤਰ੍ਹਾਂ ਦਾ ਰਸਾਈ ਹੁੰਦੀ ਹੈ, ਉੱਥੇ ਪ੍ਰੈਜ਼ੈਂਸ, ਉਹਨਾਂ ਦੀ ਹਾਜ਼ਰੀ ਹੁੰਦੀ ਹੈ। ਤਾਂ ਉਹਨਾਂ ਚੀਜ਼ਾਂ ਦੇ ਵਿੱਚ ਵੀ ਬਾਜ਼ੀਗਰ ਕਬੀਲੇ ਦੇ ਲੋਕ ਸ਼ਾਮਿਲ ਹੁੰਦੇ ਨੇ। ਉਹ ਭਾਵੇਂ ਦੇਵੀ ਦੇਵਤਿਆਂ ਦੀ ਗੱਲ ਹੈ ਉਹਨਾਂ ਵਿੱਚੋਂ, ਪਰ 94 ਦੇਵੀ ਦੇਵਤਿਆਂ
ਦੀ ਆਰਾਧਨਾ ਕਰਦੇ ਨੇ, ਉਹਦੀ ਆਪਣੀ ਮਰਜ਼ੀ ਹੈ। ਉਹ ਸਾਰੇ ਦੇਵੀ ਦੇਵਤਿਆਂ ਨੂੰ ਉਸ ਤਰੀਕੇ ਨਾਲ ਇੱਕ ਬਾਕਾਇਦਾ ਹਿੰਦੂ ਮਨੁੱਖ ਵਾਂਗੂ ਉੱਥੇ ਸਾਰੇ ਦੇਵੀ ਦੇਵਤਿਆਂ ਦੀ ਕਹੀਏ ਕਿ ਜਿਹੜੇ ਇੱਕ ਖਾਸ ਤਰ੍ਹਾਂ ਦੇ ਪ੍ਰਬੰਧ ਵਿੱਚ ਬੱਝੇ ਹੋਏ ਦੇਵੀ ਦੇਵਤੇ ਨੇ, ਜਿਹਨੂੰ ਅਸੀਂ ਬ੍ਰਹਮਾ ਵਿਸ਼ਨੂੰ ਮਹੇਸ਼ ਦੀ ਤ੍ਰਿਕੜੀ ਦੇ ਰੂਪ ਦੇ ਵਿੱਚ ਦੇਖਦੇ ਹਾਂ, ਉਹਨਾਂ ਤਿੰਨਾਂ ਦੀ ਕਰਨ ਦੀ ਬਜਾਏ ਉਹ ਇੱਕ ਦੀ ਸ਼ਿਵ ਦੀ ਕਰਦੇ ਨੇ, ਮਹੇਸ਼ ਦੀ ਹੀ ਸਿਰਫ ਇੱਕ ਤਰ੍ਹਾਂ ਨਾਲ ਮਾਨਤਾ ਕਰਦੇ ਨੇ। ਤੇ ਸਾਡੇ ਕੋਲ ਰਾਮ ਵੀ ਨੇ, ਸਾਡੇ ਕੋਲ ਕ੍ਰਿਸ਼ਨ ਵੀ ਨੇ, ਉਹਨਾਂ ਵਿੱਚੋਂ ਫਿਰ ਉਹ ਕ੍ਰਿਸ਼ਨ ਨੂੰ ਮੰਨਣਗੇ। ਤਾਂ ਹਿੰਦੂ ਦੇਵੀ ਦੇਵਤਿਆਂ ਦੇ ਵਿੱਚ ਉਹਨਾਂ ਦਾ ਆਪਣਾ ਇੱਕ ਚੋਣਵਾਂ ਤਰੀਕਾ ਹੈਗਾ। ਤੇ ਇਸੇ ਤਰ੍ਹਾਂ ਨਾਲ ਮਜ਼ਾਰਾਂ ਦੇ ਵਿੱਚੋਂ 5 ਪੀਰਾਂ ਦੀ ਮਾਨਤਾ ਕਰਨੀ, ਇਹ ਉਹਨਾਂ ਦੇ ਪੰਜਾਬ ਦੇ ਹੋਰ ਲੋਕਾਂ ਨਾਲ ਤੇ ਭਾਰਤ ਦੇ ਹਿੰਦੁਸਤਾਨ ਦੇ ਹੋਰ ਲੋਕਾਂ ਨਾਲ ਮਿਲਦੀਆਂ ਜੁਲਦੀਆਂ ਮਾਨਤਾਵਾਂ ਨੇ। ਪਰ ਉਹਨਾਂ ਦੇ ਧਾਰਮਿਕ ਵਤੀਰੇ ਦੀ ਵਿਲੱਖਣਤਾ ਦਾ ਸੰਬੰਧ ਉਹਨਾਂ ਦੇ ਆਪਣੇ ਜਿਹੜੇ ਸੰਤ ਮਹਾਤਮਾ ਪੁਰਖੇ ਨੇ ਉਹਨਾਂ ਦੇ ਨਾਲ ਹੈ। ਤੇ ਉਹੀ ਉਹਨਾਂ ਦੇ ਘਰਾਂ ਦੇ ਵਿੱਚ ਸ਼ਾਮਿਲ ਹੁੰਦੇ ਨੇ। ਜਿਹੜੇ ਇਹ ਪੁਰਖੇ ਨੇ, ਉਹਨਾਂ ਦੀਆਂ ਥਾਵਾਂ ਉਹਨਾਂ ਦੇ ਨੇੜੇ ਹੋਣਗੀਆਂ, ਉਹਨਾਂ ਦੇ ਘਰਾਂ ਦੇ ਵਿੱਚ ਹੋਣਗੀਆਂ, ਉਹਨਾਂ ਦੀਆਂ ਛਪਰੀਆਂ ਦੇ ਨੇੜੇ ਹੋਣਗੀਆਂ, ਉਹਨਾਂ ਦੇ ਡੇਰੇ ਦੇ ਵਿੱਚ ਹੋਣਗੀਆਂ। ਇਹ ਅਸਲ ਦੇ ਵਿੱਚ ਬਾਜ਼ੀਗਰ ਕਬੀਲੇ ਦੀ ਜਿਹੜੀ ਧਾਰਮਿਕ ਵਿਲੱਖਣਤਾ ਉਸ ਨੂੰ ਪ੍ਰਗਟ ਕਰਨ ਵਾਲੇ ਇੱਕ ਤਰ੍ਹਾਂ ਨਾਲ ਨਿਸ਼ਾਨ ਨੇ, ਇਹ ਪ੍ਰਮਾਣ ਨੇ ਕਿ ਉਹਨਾਂ ਦੀ ਧਾਰਮਿਕ ਆਸਥਾ ਹਿੰਦੂ ਸਿੱਖਾਂ ਦੀ ਵਿਸ਼ਿਸ਼ਟ ਧਾਰਮਿਕ ਆਸਥਾ ਜਾਂ ਆਫੀਸ਼ੀਅਲ ਧਾਰਮਿਕ ਆਸਥਾ ਨਾਲੋਂ ਵੱਖਰੀ ਧਾਰਮਿਕ ਆਸਥਾ ਹੈ। ਇਹ ਲੋਕ ਧਰਮ ਦੇ ਵੀ ਨੇੜੇ ਆ। ਇਹ ਫਿਰ ਪੈਗਨ ਰਿਲੀਜਨ ਦੇ, ਜਦੋਂ ਹਰ ਘਰ ਦੇ ਵਿੱਚ ਇੱਕ ਵੱਖਰਾ ਦੇਵਤਾ ਹੋਊਗਾ ਤਾਂ ਇਹ ਪੈਗਨ ਰਿਲੀਜਨ ਦੇ ਨੇੜੇ ਵੀ ਚੀਜ਼ ਚਲੀ ਜਾਂਦੀ ਹੈ। ਤੇ ਇਸ ਕਰਕੇ ਬਾਜ਼ੀਗਰ ਕਬੀਲੇ ਦੀ ਜਿਹੜੀ ਵਿਲੱਖਣਤਾ ਹੈਗੀ ਆ ਉਹ ਉਹਨਾਂ ਦੀਆਂ ਧਾਰਮਿਕ ਆਸਥਾਵਾਂ ਰਾਹੀਂ ਪ੍ਰਮਾਣਿਤ ਹੁੰਦੀ ਹੈ। ਇੱਥੇ ਆਪਾਂ ਗੱਲ ਖਤਮ ਕਰਦੇ ਹਾਂ।